बात मजाजी रमज हकानी ते वन वना दी काठी। सफरुल इश्क किताब बनाई सैफ छुपी विच लाठी। ते जिन्ना तलब किसे दी होसी पढ़ किस्सा खुश होसन। ते जिन्ना जाग इश्क दी सीने जाग सवेरे रोसन। ਉਹ ਜਿਹੜੇ ਬਾਗਾਂ ਦੇ ਗਾਲੜ ਪਟਵਾਰੀ ਦੱਸਿਆ ਗਿਆ ਵੀ ਸਿਰਾਂ ਨਾਲ ਸਰਦਾਰੀਆਂ ਹੁੰਦੀਆਂ ਨੇ। ਵਾਹ ਵਾਹ। ਤੇ ਵਸਦੀ ਰਸਦੀ ਜਗ੍ਹਾ ਜਿਹੜੀ ਹੈ ਨਾ, ਹਾਂਜੀ ਹਾਂਜੀ, ਉਹ ਹੀ ਸੋਹਣੀ ਲੱਗਦੀ ਹੈ। ਇੱਕ ਟਰਮ ਸੀ ਵੀ ਠੀਕਰੀ ਪਹਿਰਾ। ਪਿੰਡਾਂ 'ਚ ਵੀ ਸਾਡੇ ਪਿੰਡ ਦੇ ਜੀ ਅਸੀਂ ਰਾਤੀ ਠੀਕਰੀ ਪਹਿਰਾ ਲਾਉਂਦੇ ਆ ਤੇ ਅਲਹਮਦੁਲਿਲਾ ਸ਼ੁਕਰ ਹੈ ਕੋਈ ਚੋਰੀ ਚਕਾਰੀ ਤੋਂ ਮਾਲ ਡੰਗਰ ਦੇ ਬਚਾ ਹੀ ਸਾਡਾ ਹੋ ਜਾਂਦਾ ਹੈ। ਇਹ ਠੀਕਰੀ ਪਹਿਰੇ ਤੋਂ ਕੀ ਮੁਰਾਦ ਸੀ? ਉਹ ਇੱਕ ਠੀਕਰੀ ਹੁੰਦੀ ਸੀ ਜੀ, ਉਹ ਪਛਾਣਦਾ ਸੀ ਉਹ ਜਿਹੜਾ ਬੰਦਾ ਹੈ, ਉਹ ਵੇ ਇੱਕ ਬੰਦੇ ਨੂੰ ਫੜ ਕੇ ਜਾਣਾ ਦੂਜੇ ਪਾਸੇ, ਉਹਨੇ ਅੱਗੋਂ ਦੂਜੇ ਨੂੰ ਫੜਾ ਦੇਣੀ ਜੀ, ਉਹਨੇ ਤੀਜੇ ਪਾਸੇ ਨੂੰ ਆਉਣਾ ਤੇ ਅੱਗੇ ਤੀਜੇ ਨੂੰ ਫੜਾ ਦੇਣੀ। ਉਹ ਠੀਕਰੀ ਇੱਕ ਨਿਸ਼ਾਨੀ ਵੀ ਸੀ ਵੀ ਇਹ ਬੰਦਾ ਆਪਣਾ ਹੈ। ਹਲਟ ਪਾਸਵਰਡ ਕਿ ਖਲੋ ਜਾ ਪਾਸਵਰਡ, ਉਹਨੂੰ ਪਾਸਵਰਡ ਆਂਦੇ ਨੇ, ਪਾਸਵਰਡ ਦੱਸ। ਅਗਰ ਉਹ ਪਾਸਵਰਡ ਨਹੀਂ ਦੱਸ ਸਕਦਾ ਤਾਂ ਉਹਨੂੰ ਗ੍ਰਿਫਤਾਰ ਕਰ ਲੈਂਦੇ ਵੀ ਦੁਸ਼ਮਣ ਦਾ ਬੰਦਾ ਹੈ। ਉੱਠ ਨਹੀਂ ਨੂਏ ਨਿਸਲ ਹੋ ਤੇ ਚਰਖਾ ਛੱਡ ਤੇ ਚੱਕੀ ਝੋ। ਥਾਣੇਦਾਰੀ ਸੁਭਾਅ ਹੈ ਨਾ ਸੱਸਾਂ ਦਾ, ਉਹਦੀ ਨਿੰਦਿਆ ਕੀਤੀ ਗਈ ਹੈ ਕਿ ਮਤਲਬ ਇਹ ਨੂੰਹ ਨੂੰ ਵੀ ਇਨਸਾਨ ਹੀ ਸਮਝਣਾ ਚਾਹੀਦਾ। ਉਹ ਵੀ ਕਿਸੇ ਦੀ ਧੀ ਹੈ, ਆਪਣੀਆਂ ਧੀਆਂ ਨੂੰ ਸੁੱਤਿਆ ਨਾ ਜਗਾਣਾ ਤੇ ਨੂੰਹ ਨੂੰ ਆਖਣਾ ਵੀ ਚੱਲ ਬਈ ਤੂੰ ਹੁਣ ਚਰਖਾ ਛੱਡ ਦੇ ਤੇ ਤੂੰ ਚੱਕੀ ਨੂੰ ਲੱਗ ਪੈਣਾ। ਜਿਵੇਂ ਅੱਜ ਕੱਲ ਵੇਖਿਆ ਕਈਆਂ ਘਰਾਂ 'ਚ ਕੁੜੀਆਂ ਪੜ੍ਹਨ ਲਿਖਣ ਵਾਲੀਆਂ ਤੇ ਉਹ ਮੁਝੇ ਤਾਂ ਰੋਟੀ ਬਣਾਣੀ ਨਹੀਂ ਆਤੀ, ਇਹ ਆਪਣੀ ਸਿਫਤ ਪਈਆਂ ਦੱਸਦੀਆਂ। ਬਾਲਾਂ ਦਾ ਭੱਜ ਤੇ ਮਾਵਾਂ ਦਾ ਰੱਜ। ਮਾਵਾਂ ਆਪਣਾ ਲੇੜ ਮਾਰਨ ਵਾਸਤੇ ਨਾ ਪਈਆਂ ਆਂਦੀਆਂ ਨੇ, ਅਣਜਾਣੇ ਫਲਾਣੀ ਸ਼ਾਹ ਨੂੰ ਤਰਸਦੇ ਨੇ। ਰੋਜ਼ ਪਏ ਆਂਦੇ ਸਨ ਅੱਬੂ ਨੇ ਸੇਬ ਨਹੀਂ ਆਂਦੇ, ਅੱਬੂ ਨੇ ਅੰਬ ਨਹੀਂ ਆਂਦੇ, ਅੱਬੂ ਨੇ ਕੇਲੇ ਨਹੀਂ ਆਂਦੇ। ਬਿਲਕੁਲ ਹਾਂਜੀ। ਅੱਜ ਤੇ ਮੇਰੇ ਕੋ ਮਾਰ ਵੀ ਇਹਨੇ ਖਾਧੀ ਏ, ਪਰਤਾ ਨਹੀਂ ਮੈਨੂੰ ਕੇਲਾ ਦੇ ਤੇ ਮੈਂ ਆਖਿਆ ਨਖੁੱਟੇ ਤੇਰੇ ਪਿਓ ਨੇ ਆਂਦਾ ਹੀ ਨਹੀਂ। ਉਹਦੀ ਦੁੱਖ ਦੀ ਰਾਗ ਤੇ ਹੱਥ ਰੱਖਦੀਆਂ ਨੇ ਕਿ ਬਾਲਾਂ ਨਾਲ ਉਹਦੀ ਜ਼ਿਆਦਾ ਮੁਹੱਬਤ ਹੁੰਦੀ। ਤੋ ਇਸ ਤਰ੍ਹਾਂ ਕਰਕੇ ਮਤਲਬ ਇਹ ਕਿ ਬਾਲਾਂ ਦਾ ਨਾਂ ਲਿਆ ਉਹ ਛੇਤੀ ਲੈ ਆਵੇਗਾ। ਖਾਦਾ ਪੀਤਾ ਲਾਹੇ ਦਾ, ਹਾਂਜੀ, ਬਾਕੀ ਅਹਿਮਦ ਸ਼ਾਹ ਦਾ। ਪਰਤ ਕੇ ਅਹਿਮਦ ਸ਼ਾਹ ਅਬਦਾਲੀ ਨੇ ਆ ਜਾਣਾ। ਹਾਂਜੀ। ਔਰ ਉਹ ਫਿਰ ਇੱਥੇ ਲੋਕੀ ਸੋਚਦੇ ਹਨ ਵੀ ਉਹਨਾਂ ਜਿਹੜਾ ਵੀ ਆਉਣਾ ਲੁੱਟ ਕੇ ਲੈ ਜਾਣਾ ਤੇ ਜੋ ਖਾ ਪੀ ਲਓਗੇ ਨਾ ਉਹ ਹੀ ਤੁਹਾਡੇ ਹਿੱਸੇ ਦਾ ਆਉਣਾ ਹੈ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਨ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ ਤੇ ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਨਾਲੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਇੱਕ ਤੇ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ ਤੇ ਦੂਜਾ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਕੁਝ ਬੜੇ ਹੀ ਪਿਆਰੇ ਦਰਸ਼ਕ ਡਾਕਟਰ ਇਫਤਖਾਰ ਅਹਿਮਦ ਰਾਠੌਰ और निसार अहमद और हाजी मुहम्मद सिद्दीक साहब, उन्होंने बाबा जी बुल्ले शाह सैयद का एक दोड़ा सानू भिजवाया है तो साथों मंग की है भी बाबा जी बुल्ले शाह दे इस शेर का मतलब असी तुहाडे हजूर बयान करिए। हजूर बाबा जी बुल्ले शाह साहब सैयद कादरी कसूरी छतारी ਦਾ ਉਹ ਦੋੜਾ ਇਸ ਤਰ੍ਹਾਂ ਹੈ ਭਈ ਭੱਠ ਨਮਾਜ਼ਾਂ ਚਿੱਕੜ ਰੋਜ਼ੇ ਤੇ ਕਲਮੇ ਫਿਰੀ ਸਿਆਈ ਤੇ ਬੁੱਲੇ ਸ਼ਾਹ ਸ਼ੌ ਅੰਦਰੋਂ ਲੱਭਿਆ ਭੁੱਲੀ ਫਿਰੇ ਲੁਕਾਈ।
ਪਿਆਰਿਓ, ਹਜ਼ੂਰ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਪੰਜਾਬੀ ਜ਼ੁਬਾਨੋ ਅਦਬ ਦੇ ਇੱਕ ਉੱਚ ਪੱਧਰ ਦੇ ਸ਼ਾਇਰ ਤੇ ਹੈ ਹੀ ਸਨ, ਲੇਕਿਨ ਆਪਣੇ ਜ਼ਮਾਨੇ ਦੇ ਸ਼ਤਾਰੀ ਸਿਲਸਿਲੇ ਦੇ ਬਹੁਤ ਵੱਡੇ ਵਲੀ ਅੱਲਾ ਵੀ ਸਨ। ਬਾਬਾ ਜੀ ਦਾ ਕਲਾਮ ਬਹੁਤ ਵੱਡੀਆਂ ਰਮਜ਼ਾਂ ਦੇ ਨਾਲ ਭਰਿਆ ਹੋਇਆ ਹੈ। ਜੀ ਕੋ हज़रत मियाँ मुहम्मद बख्श साहब आरिफ़े खड़ी रहमतुल्लाह ताला अलैह ने अपने कलाम बारे आख्या सी भई बात मजाजी रमज़ हकानी ते वन वना दी काठी, सफरुल इश्क किताब बनाई सैफ छुपी विच लाठी, ते जिन्ना तलब किसे दी होसी पढ़ किस्सा खुश होसन, ਤੇ ਜਿੰਨਾ ਜਾਗ ਇਸ਼ਕ ਦੀ ਸੀਨੇ ਜਾਗ ਸਵੇਰੇ ਰੋਸ਼ਨ। ਯਾਨੀ ਸੈਫੁਲ ਮਲੂਕ ਦਾ ਜਿਹੜਾ ਮੈਂ ਕਿੱਸਾ ਲਿਖਿਆ ਤੇ ਬਦੀਉਲ ਜਮਾਲ ਪਰੀ ਦਾ, ਇਹ ਇੱਕ ਰੋਮਾਨਵੀ ਦਾਸਤਾਨ ਤੇ ਹੈ। ਦੁਨੀਆਦਾਰ ਲੋਕ ਇਹਨੂੰ ਇੱਕ ਦਾਸਤਾਨ ਮੁਹੱਬਤ ਦੇ ਤੌਰ ਤੇ ਲੈਣਗੇ ਔਰ ਇਸ ਕਿੱਸੇ ਨੂੰ ਪੜ੍ਹ ਕੇ ਤੇ ਲੋਰੇ ਲੈਣ ਕਰਨਗੇ। ਲੇਕਿਨ ਜਿਹੜੇ ਤਾਲਿਬਾਨ ਮੌਲਾ ਨੇ, ਜਿਹੜੇ ਅੱਲਾਹ ਪਾਕ ਸੱਚੇ ਸਾਹਿਬ ਦੇ ਆਸ਼ਿਕ ਨੇ, ਜਿਨ੍ਹਾਂ ਨੂੰ ਇਸ਼ਕ ਹਕੀਕੀ ਲੱਗਾ ਹੋਇਆ ਹੈ, ਜਿਹੜੇ ਉਸ ਨਾਜ਼ਨੀਨ ਅਜ਼ਲੀ ਦੇ ਤਾਲਬ ਤੇ ਆਸ਼ਿਕ ਨੇ, ਉਹ ਇਹ ਮੇਰੀ ਕਿਤਾਬ ਪੜ੍ਹ ਕੇ ਤੇ ਸੁਬਹ ਸਰਗੀ ਵੇਲੇ ਪ੍ਰਭਾਤਾਂ ਵੇਲੇ ਉੱਠ ਕੇ ਤੇ ਰੋਣ ਕਰਨਗੇ। ਇਸੇ ਤਰ੍ਹਾਂ ਹੀ ਬਾਬਾ ਜੀ ਬੁੱਲੇ ਸ਼ਾਹ ਹੋਰਾਂ ਦਾ ਜਿਹੜਾ ਇਹ ਸ਼ੇਰ ਤੁਹਾਡੇ ਸਾਹਮਣੇ ਪੜ੍ਹਨ ਦੀ ਮੈਂ ਸਾਦਤ ਹਾਸਲ ਕੀਤੀ ਹੈ, ਇਹ ਵੀ ਬੜਾ ਰਮਜ਼ਾਂ ਭਰਿਆ ਹੈ। ਇਨਸ਼ਾ ਅੱਲਾ ਬਹੁਤ ਜਲਦ ਅਸੀਂ ਆਪਣੇ ਕਿਸੇ ਵਲੌਗ ਦੇ ਵਿੱਚ ਇਹਦਾ ਪੂਰਾ ਤਰਜਮਾ ਤੁਹਾਡੇ ਹਜ਼ੂਰ ਪੇਸ਼ ਕਰਾਂਗੇ। ਅੱਜ ਤੁਹਾਡੇ ਭਿਜਵਾਏ ਹੋਏ ਕੁਝ ਸਵਾਲ, ਕੁਝ ਅਖਾਣ ਤੇ ਕੁਝ ਅਸ਼ਆਰ ਲੈ ਕੇ ਤੇ ਤੁਹਾਨੂੰ ਨਾਲ ਲੈ ਕੇ ਅਸੀਂ ਜਾ ਰਹੇ ਹਾਂ ਫਿਰ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ, ਉਹਨਾਂ ਦੀ ਖਿਦਮਤ ਦੇ ਵਿੱਚ। ਤੇ ਆਓ ਫਿਰ ਚੱਲੀਏ ਤੇ ਚੱਲ ਕੇ ਬਾਬਾ ਜੀ ਕੋਲੋਂ ਤੁਹਾਡੇ ਸਵਾਲਾਂ ਦੇ ਪਰਤਾਵੇ ਤੇ ਤੁਹਾਡੇ ਭਿਜਵਾਏ ਹੋਏ ਅਖਾਣਾਂ ਦੇ ਮਤਲਬ ਜਾਣੀਏ। ਆਓ ਸਾਡੇ ਨਾਲ। ਓ ਚੱਲ ਮੇਰੇ ਨੂੰ ਚਲੀ। अस्सलामुअलैकुम जनाबे अली जी वालेकुम सलाम डॉक्टर साहब, की हाल चाल है? जी अल्लाह पाक दा करम जी, अल्लाह पाक दा एहसान है जी जी अच्छा जनाब, अज बाजवा साहब सानू जेड़ा सब तो पहला अखान है ना जी, वो शहीद उधम सिंह, हाँ जी, ਉਹਨਾਂ ਦਾ ਪਿੰਡ ਸਨਾਮ, ਉਹਨਾਂ ਦਾ ਸ਼ਹਿਰ ਹੈ, ਬਲਕਿ ਹੁਣ ਤੇ ਸ਼ਹਿਰ ਬਣ ਗਿਆ। ਹਾਂਜੀ ਹਾਂਜੀ ਹਾਂਜੀ। ਉੱਥੋਂ ਦੇ ਸਾਡੇ ਬੜੇ ਪੱਕੇ ਤੇ ਪੀਡੇ ਜਨਾਬ ਸਾਡੇ ਵਿਓਰ ਨੇ ਯਸ਼ਪਾਲ ਸਹਿਗਲ। ਹਾਂਜੀ, ਉਹ ਉਦਮ ਸਿੰਘ ਦਾ ਨਾਂ ਚੇਤੇ ਆਉਂਦਿਆਂ ਲੂੰ ਕੰਡੇ ਖੜੇ ਹੋ ਜਾਂਦੇ ਨੇ ਕਿ ਕੋਈ ਸ਼ੇਰ ਪੰਜਾਬੀ ਹੋਇਆ ਜਿਹਨੇ ਘਰ ਅਗਲੇ ਤੇ ਜਾ ਕੇ ਬਦਲਾ ਲਿਆ। ਵਾਹ। ਹਾਂਜੀ, ਤੇ ਉਹਨਾਂ ਜਨਾਬ ਇਹ ਖਾਨ ਭੇਜਿਆ ਤੇ ਬੜਾ ਬਚਪਨ ਦਾ ਸੁਣਿਆ, ਪਰ ਅੱਖੋਂ ਪਰੋਖੇ ਸੀ। ਅੱਜ ਉਹਨਾਂ ਭੇਜਿਆ ਤੇ ਯਾਦ ਆਇਆ। ਅਖਾਨ ਇਸ ਤਰ੍ਹਾਂ ਵੀ ਉਜੜੇ ਬਾਗਾਂ ਦੇ ਗਾਲੜ ਪਟਵਾਰੀ। ਹਾਂਜੀ ਹਾਂਜੀ, ਇਹਦਾ ਤਰਜਮਾ ਦੱਸੋ ਜੀ। ਦੱਸਿਆ ਗਿਆ ਕਿ ਕੋਈ ਵੀ ਸ਼ੈ ਜਿਹੜੀ ਹੈ ਨਾ ਤੁਹਾਡੀ ਜੀ, ਤੁਹਾਡਾ ਘਰ, ਤੁਹਾਡਾ ਕਾਠ, ਤੁਹਾਡਾ ਕਾਰੋਬਾਰ ਜੀ ਜੀ, ਉਹ ਵਸਦਾ ਰਵੇ ਤੇ ਉੱਥੇ ਡੇਰੇਦਾਰੀ ਕਾਇਮ ਦੈਮ ਰਵੇ। ਹਾਂਜੀ ਹਾਂਜੀ ਹਾਂਜੀ, ਤੇ ਮਤਲਬ ਇਹ ਬੈਠੇ ਜੀ ਸੋਹਣੇ ਲੱਗਦੇ ਨੇ, ਲੰਘਦਾ ਵੀ ਕੋਈ ਵੇਖੇਗਾ, ਸਿਫਤ ਕਰੇਗਾ, ਬਹਿ ਜਾਏਗਾ, ਘੋਕੇ ਦੀ ਵਾਰੀ ਲਾ ਲੇਗਾ, ਕੋਈ ਚਾਹ ਦਾ ਘੁੱਟ ਪਿਆਣਗੇ ਕਿਸੇ ਨੂੰ। ਤੇ ਜਿਹੜੀ ਜਗ੍ਹਾ ਉੱਜੜ ਜਾਂਦੀ ਹੈ ਨਾ ਜੀ, ਉੱਥੇ ਫਿਰ ਗਾਲਣਾ ਦਾ ਹੀ ਰਾਜ ਹੁੰਦਾ ਹੈ। ਹਾਂਜੀ, ਉਹ ਜਿੱਥੇ ਮਰਦੀ ਪੂਛਲ ਚੁੱਕ ਕੇ ਤੇ ਖਲੋ ਜਾਂਦੇ ਨੇ ਆਸਰਾ ਧੌਣ ਕਢਾ ਕੇ। ਹਾਂਜੀ, ਤੇ ਮਤਲਬ ਇਹ ਵੇ ਕਿ ਦੱਸਿਆ ਗਿਆ ਵੀ ਸਿਰਾਂ ਨਾਲ ਸਰਦਾਰੀਆਂ ਹੁੰਦੀਆਂ ਨੇ। ਵਾਹ, ਤੇ ਵਸਦੀ ਰਸਦੀ ਜਗ੍ਹਾ ਜਿਹੜੀ ਹੈ ਨਾ, ਹਾਂਜੀ, ਉਹ ਹੀ ਸੋਹਣੀ ਲੱਗਦੀ ਹੈ। ਤੇ ਉਜੜਿਆ ਤੇ ਬਾਗ ਵੀ ਜਿਹੜਾ ਅੱਲਾ ਬਾਗ ਵੇਖੋ ਜੀ ਫਲ ਦਿੰਦਾ ਹੈ। ਫਲ ਬਾਗ ਜੋ ਤੁਹਾਨੂੰ ਰੰਗ ਬਰੰਗ ਦੇ ਫਲ ਲੱਭਦੇ ਨੇ ਜੀ, ਔਰ ਉਹਦੇ ਨਾਲ ਬੰਦਾ ਖਾ ਕੇ ਮਤਲਬ ਸਿਹਤ ਠੀਕ ਹੁੰਦੀ ਹੈ। ਲੇਕਿਨ ਉਹ ਵੀ ਜਦੋਂ ਉਜੜ ਜਾਣ, ਜਦੋਂ ਅਜਾੜਾ ਜਿੱਥੇ ਪੈ ਜੇ, ਹਾਂਜੀ, ਉੱਥੇ ਫਿਰ ਜਿਹੜੇ ਗਾਲੜ ਨੇ ਨਾ ਜਾਂ ਬਦ ਕਿਰਦਾਰ ਲੋਕ, ਹਾਂਜੀ, ਉਹ ਉੱਥੋਂ ਦੇ ਪਟਵਾਰੀ ਤੇ ਉੱਥੋਂ ਦੇ ਮਾਲਕ ਬਣ ਬੈਂਦੇ ਨੇ। ਹਾਂਜੀ, ਤੇ ਖਸਮਾਂ ਬਾਝੋਂ ਜਿਵੇਂ ਆਂਦੇ ਨੇ ਸੌਣ ਧਰਿਆਈਆਂ। ਹਾਂਜੀ, ਇਸ ਤਰ੍ਹਾਂ ਹੀ ਜਦੋਂ ਉਹ ਜਿਹੜਾ ਵਸਦੇ ਰਸਦੇ ਲੋਕੀ ਜਦੋਂ
ਉਜੜ ਜਾਂਦੇ ਨੇ, ਉਜਾੜੇ ਪੈ ਜਾਂਦੇ ਹਾਂਜੀ, ਨੇ। ਹਾਂਜੀ। ਜਿਵੇਂ 47 'ਚ ਉਜਾੜਾ ਪੈ ਗਿਆ, ਹਾਂਜੀ, ਤੇ ਜਿਹੜੇ ਬੜੇ ਬੜੇ ਰਾਖ ਸਨ ਸਰਦਾਰਾਂ ਵਿੱਚ ਵੀ, ਉਧਰ ਵੀ ਇੱਧਰ ਵੀ, ਉਹ ਲੋਕੀ ਘਰੋਂ ਬਘਾਰ ਹੋ ਗਏ, ਔਰ ਉਹਨਾਂ ਦੇ ਘਰ ਜਿਹੜੇ ਉਜੜੇ ਰਹੇ। ਜਿੰਨਾ ਚਿਰ ਉਹ ਮਹਾਜਰਾਂ ਨੇ ਆ ਕੇ ਉੱਥੇ ਵਸੇਬਾ ਨਹੀਂ ਕੀਤਾ, ਉਹਨਾਂ 'ਚ ਕੁੱਤੇ ਬਿੱਲੀਆਂ ਹੀ ਨੱਠਦੇ ਰਹੇ, ਉੱਥੇ ਗੱਲੜੀ ਨੱਠਦੇ ਰਹੇ। ਔਰ ਉਹਨਾਂ ਨੂੰ ਕਾਹਦੀ ਕਦਰ ਹੁੰਦੀ ਏ ਭਈ ਇਹ ਕਿੰਨੀ ਮਿਹਨਤ ਨਾਲ, ਕਿੰਨੇ ਪੈਸੇ ਲਾ ਕੇ ਕਿਸੇ ਨੇ, ਕਿੰਨੀ ਮੁਹੱਬਤ ਨਾਲ ਤੇ ਕਿੰਨੇ ਪਿਆਰ ਨਾਲ ਇਹਨੂੰ ਬਣਾਇਆ, ਹਾਂਜੀ, ਰਹਿਣ ਥਾਂ ਨੂੰ, ਹਾਂਜੀ। ਲੇਕਿਨ ਉਹ ਜਦੋਂ ਉਜਾੜੇ ਪੈ ਜਾਣ ਤੇ ਉਜਾੜੇ ਤੇ ਫਿਰ ਤਬਾਹੀਆਂ ਕਰ ਦਿੰਦੇ ਨੇ। ਔਰ ਉਹਦੇ ਬਾਅਦ ਫਿਰ ਬਦ ਕਿਰਦਾਰ ਲੋਕ ਜਿਹੜੇ, ਕਿਉਂਕਿ ਅੰਗਰੇਜ਼ੀ ਦਾ ਇੱਕ ਮਕੂਲਾ ਹੈ ਕਿ ਵਾਰ ਲੀਵਸ ਦਾ ਕੰਟਰੀ ਵਿਦ 3 ਆਰਮੀਜ਼, ਇਹ ਆਰਮੀ ਆਫ ਕ੍ਰਿਪਲਸ, ਇਹ ਆਰਮੀ ਆਫ ਮੋਰਨਰਸ ਐਂਡ ਇਹ ਆਰਮੀ ਆਫ ਥੀਵਸ। ਕਿ ਇੱਕ ਜੰਗ ਜਿਹੜੀ ਹੈ ਤਿੰਨਾਂ ਫੌਜਾਂ ਨੂੰ ਪਿੱਛੇ ਛੱਡ ਜਾਂਦੀ ਹੈ। ਰੋਣ ਪਿੱਟਣ ਵਾਲਿਆਂ ਦੀ ਫੌਜ, ਇੱਕ ਲੂਲਿਆਂ ਲੰਗਿਆਂ ਦੀ ਫੌਜ ਤੇ ਇੱਕ ਡਾਕੂਆਂ ਦੀ ਫੌਜ। ਤੋਂ ਜਿਹੜੀਆਂ ਇਹੋ ਜਿਹੇ ਉਜਾੜੇ ਨੇ ਜਿਹੜੇ ਉਜਾੜ ਦਿੰਦੇ ਨੇ ਕਿਸੇ ਵਸੋਂ ਨੂੰ, ਹਾਂਜੀ, ਉਹਦੇ ਤੋਂ ਬਾਅਦ ਜਿਹੜੇ ਲੁੱਚੇ ਲੋਕ ਹੁੰਦੇ ਨੇ ਨਾ, ਲੁੱਚੇ ਲਫੰਗੇ, ਉਹ ਪ੍ਰਧਾਨ ਹੋ ਜਾਂਦੇ ਨੇ। ਇਸ ਅਖਾਣ ਦਾ ਮਤਲਬ ਇਹ ਹੈ। ਵਾਹ। ਲਓ ਜੀ ਪਿਆਰਿਓ, ਸਾਨੂੰ ਸਾਡੇ ਮਿੱਤਰ ਯਸ਼ਪਾਲ ਸਹਿਗਲ ਹੋਰਾਂ ਅਖਾਣ ਭਿਜਵਾਇਆ ਸੀ ਉਜੜੇ ਬਾਗਾਂ ਦੇ ਗਾਲੜ ਪਟਵਾਰੀ। ਬਾਬਾ ਜੀ ਬੜਾ ਸੋਹਣਾ ਇਹਦਾ ਮਤਲਬ ਸਮਝਾਇਆ ਭਈ ਮਾਲਕ ਸਾਈਂ ਖਸਮ ਜਦੋਂ ਆਪ ਆਪਣੀ ਮਲਕੀਤੀ ਕਿਸੇ ਜਗ੍ਹਾ ਦੇ ਉੱਤੇ ਨਾ ਹੋਣ ਤੇ ਨਾ ਅਹਿਲ ਲੋਕਾਂ ਦੇ ਵਸ ਫਿਰ ਉਹ ਜਗ੍ਹਾ ਪੈ ਜਾਵੇ, ਉਹ ਚੀਜ਼ ਨਾ ਅਹਿਲਾਂ ਦੇ ਹੱਥ ਆ ਜਾਵੇ ਤੇ ਉਹਦਾ ਫਿਰ ਉਜਾੜਾ ਹੀ ਹੋ ਜਾਂਦਾ। ਪਿਆਰਿਓ ਵੇਖੋ ਨਾ, ਇੱਕ ਬਾਗ ਹੈ, ਉਹਦੇ ਮਾਲਕ ਨੇ ਜਿੱਡੇ ਚਾਅ ਤੇ ਸ਼ੌਕ ਦੇ ਨਾਲ ਉਹ ਬਾਗ ਲੁਆਇਆ, ਜਿੱਡੀ ਖੂਬਸੂਰਤੀ ਦੇ ਨਾਲ ਉਹਨੇ ਅੱਗੋਂ ਮਾਲੀ ਰੱਖੇ, ਉਹਦੀ ਕਟਾਈ ਕਟੂਈ ਉਹ ਕਰਵਾਉਂਦਾ ਰਿਹਾ, ਉਹਦੀ ਖੂਬਸੂਰਤੀ ਦੇ ਵਿੱਚ ਦਿਨੋਂ ਦਿਨ ਇਜ਼ਾਫਾ ਹੁੰਦਾ ਰਿਹਾ। ਅਗਰ ਉਹ ਬੰਦਾ ਆਪ ਮਰ ਜਾਂਦਾ, ਅੱਗੋਂ ਉਹਦੀ ਔਲਾਦ ਦੇ ਵਿੱਚੋਂ ਜਾਂ ਬਕੀਆ ਜਿਹੜੇ ਮਾਲਕਾਨ ਨੇ ਉਹਨਾਂ ਦੇ ਵਿੱਚੋਂ ਕਿਸੇ ਨੂੰ ਉਹ ਸ਼ੌਕ ਹੀ ਨਹੀਂ ਜਿੱਡਾ ਬਾਗ ਲਵਾਉਣ ਵਾਲੇ ਨੂੰ ਆਪੂ ਸ਼ੌਕ ਸੀ। ਉਸ ਬਾਗ ਦੀ ਹੁਣ ਉਸ ਤਰ੍ਹਾਂ ਨਿਗਹਿਦਾਸ਼ਤ ਹੀ ਨਹੀਂ ਹੋ ਰਹੀ ਜਿਵੇਂ ਉਹ ਨਿਗਰਾਨੀ ਕਰਦਾ ਸੀ। ਤੇ ਫਿਰ ਹੌਲੀ ਹੌਲੀ ਉਹਨੇ ਤਨਜ਼ਲੀ ਦਾ ਸ਼ਿਕਾਰ ਹੀ ਹੋਣਾ, ਹੌਲੀ ਹੌਲੀ ਉਹ ਬਾਗ ਉੱਜੜ ਜਾਣਾ, ਖ਼ਤਮ ਹੋ ਜਾਣਾ। ਨਾ ਉੱਥੇ ਰੁੱਖ ਸਰਸਬਜ਼ ਰਹਿਣੇ ਨੇ, ਨਾ ਫਲਦਾਰ ਪੌਦਿਆਂ ਕੋਲੋਂ ਫਲ ਲਿਆ ਜਾ ਸਕਣਾ ਕਿਸੇ ਟਾਈਮ ਨਾਲ, ਨਾ ਪਾਣੀ ਦੇਣਾ, ਨਾ ਗੋਡੀ ਕਰਨੀ, ਨਾ ਕਿਸੇ ਖਾਦ ਸਫਾਈ ਕਰਨੀ, ਤੇ ਹੌਲੀ ਹੌਲੀ ਫਿਰ ਉਹ ਚੀਜ਼ ਬਰਬਾਦ ਹੋ ਜਾਂਦੀ ਹੈ। ਇਹ ਇਸ ਅਖਾਣ ਦਾ ਮਤਲਬ ਹੈ ਕਿ ਅਸਲ ਮਾਲਕ, ਅਸਲ ਸਾਈਂ ਖਸਮ ਹੀ ਆਪਣੀ ਚੀਜ਼ ਦੀ ਨਿਗਹਿਦਾਸ਼ਤ ਤੇ ਨਿਗਰਾਨੀ ਕਰਦੇ ਨੇ। ਬਾਜਵਾ ਸਾਹਿਬ ਜਰਮਨੀ ਤੋਂ ਸਾਡੇ ਦਰਸ਼ਕ ਨੇ ਮੁਨੱਵਰ ਸਿਆਣ, ਉਹਨਾਂ ਆਖਿਆ ਕਿ ਬਾਜਵਾ ਸਾਹਿਬ ਤੋਂ ਇਹ ਪੁੱਛ ਕੇ ਦੱਸੋ ਕਿ ਜਦੋਂ ਅੱਜ ਤੋਂ 50-60 ਵਰੇ ਪਹਿਲੇ ਇੰਨੀ ਪੁਲਿਸ ਨਹੀਂ ਸੀ ਹੁੰਦੀ ਤੇ ਹਿਫਾਜ਼ਤ ਦਾ ਆਪਣਾ ਇੰਤਜ਼ਾਮ ਪਿੰਡਾਂ ਦੇ ਵਿੱਚ ਲੋਕ ਕਰਦੇ ਸਨ, ਸਿਆਣੇ ਆਪ ਹੀ। ਇੱਕ ਟਰਮ ਸੀ ਵੀ ਠੀਕਰੀ ਪਹਿਰਾ। ਪਿੰਡਾਂ 'ਚ ਵੀ ਸਾਡੇ ਪਿੰਡ ਦੇ ਜੀ ਅਸੀਂ ਰਾਤੀ ਠੀਕਰੀ ਪਹਿਰਾ ਲਾਉਂਦੇ ਹਾਂ ਤੇ ਅਲਹਮਦੁਲਿਲਾ ਸ਼ੁਕਰ ਹੈ ਕੋਈ ਚੋਰੀ ਚਕਾਰੀ ਤੋਂ ਮਾਲ ਡੰਗਰ ਦੇ ਬਚਾਅ ਹੀ ਸਾਡਾ ਹੋ ਜਾਂਦਾ ਹੈ। ਇਹ ਠੀਕਰੀ ਪਹਿਰੇ ਤੋਂ ਕੀ ਮੁਰਾਦ ਸੀ? ਇੱਕ ਤੇ ਚੌਕੀਦਾਰ ਵੀ ਹੁੰਦੇ ਸਨ, ਪਹਿਰਾ ਦਿੰਦੇ ਸਨ ਪਿੰਡਾਂ 'ਚ, ਲੇਕਿਨ ਸਿਆਲ ਦੀਆਂ ਰਾਤਾਂ 'ਚ ਕਈ ਵਾਰੀ ਚੋਰੀ ਚਕਾਰੀ ਵੱਧ ਜਾਂਦੀ ਹੈ ਜੀ, ਹਾਂਜੀ। ਉਹ ਫਿਰ ਜਦੋਂ ਚੋਰੀ ਚਕਾਰੀ ਦੀਆਂ ਵਾਰਦਾਤਾਂ ਜ਼ਿਆਦਾ ਹੋਣ ਡੈ ਪੈਣ, ਕੋਈ ਡੰਗਰ ਸ਼ੰਗਰ ਖੁੱਲਣ ਲੱਗ ਪੈਣ ਜਾਂ ਕੋਈ ਝੁੱਗੇ ਭੱਜਣ ਲੱਗ ਪੈਣ ਜੀ, ਉਹ ਫਿਰ ਲੋਕ ਜਿਹੜੇ ਨੇ ਨਾ, ਪੁਲਿਸ ਵਾਲੇ ਵੀ ਉਹਨਾਂ ਨੂੰ ਆਨੇ ਜੀ ਤੁਸੀਂ ਆਪਣਾ ਪਹਿਰਾ ਆਪ ਲਾ ਲਓ ਜੀ। ਉਹ ਫਿਰ ਪਿੰਡ ਦੇ ਲੋਕ ਜਿਹੜੇ ਨੇ ਨਾ ਜੀ, ਉਹ ਸਾਰੇ ਵਾਰੀ ਬੱਧੀ ਬੰਦਾ ਦਿੰਦੇ ਨੇ ਹਰ ਘਰ ਦਾ ਜੀ। ਉਹ ਫਿਰ ਦੱਸਦੇ ਨੇ ਕੋਈ ਇੱਕ ਠੀਕਰੀ ਹੁੰਦੀ ਸੀ ਜੀ, ਉਹ ਪਛਾਣਦਾ ਸੀ ਉਹ ਜਿਹੜਾ ਬੰਦਾ ਹੈ, ਉਹ ਫਿਰ ਇੱਕ ਬੰਦੇ ਨੂੰ ਫੜ ਕੇ ਜਾਣਾ ਦੂਜੇ ਪਾਸੇ, ਉਹਨੇ ਅੱਗੋਂ ਦੂਜੇ ਨੂੰ ਫੜਾ ਦੇਣੀ ਜੀ, ਉਹਨੇ ਤੀਜੇ ਪਾਸੇ ਨੂੰ ਆਉਣਾ ਤੇ ਅੱਗੇ ਤੀਜੇ ਨੂੰ ਫੜਾ ਦੇਣੀ। ਉਹ ਠੀਕਰੀ ਇੱਕ ਨਿਸ਼ਾਨੀ ਵੀ ਸੀ ਵੀ ਇਹ ਬੰਦਾ ਆਪਣਾ ਹੈ, ਹਾਂਜੀ। ਅੱਛਾ, ਤੇ ਉਹ ਇੰਝ ਕਰਕੇ ਨਾ ਤੇ ਪਿੰਡ ਦੇ ਦੁਆਲੇ ਸਾਰੀ ਰਾਤ ਉਹਨਾਂ ਘੁੰਮਦਿਆਂ ਰਹਿਣਾ ਔਰ ਜਾਗਦੇ ਰਹੋ ਜੀ ਤੇ ਨਾਰੇ ਮਾਰਦਿਆਂ ਰਹਿਣਾ। ਅੱਛਾ, ਤਾਂ ਕਿ ਉਹ ਫਿਰ ਜਿਹੜਾ ਨਾ ਚੋਰੀ ਦਾ ਦਫਾ ਜਿਹੜਾ ਕੀਤਾ ਜਾ ਸਕੇ। ਜਦੋਂ ਪੁਲਿਸ ਇੰਨੀ ਜ਼ਿਆਦਾ ਨਹੀਂ ਹੁੰਦੀ ਔਰ ਜ਼ਾਹਰੇ ਹਰ ਪਿੰਡ ਨੂੰ ਤੇ ਨਹੀਂ ਨਾ ਦੇ ਸਕਦੇ ਐਡੇ ਸਿਕਿਉਰਿਟੀ, ਹਾਂਜੀ, ਸਿਕਿਉਰਿਟੀ ਨਹੀਂ ਦੇ ਸਕਦੇ। ਉਹ ਫਿਰ ਇਹ ਸਾਡਾ ਆਪਣਾ ਜਿਹੜਾ ਲਾਇਆ ਹੋਇਆ ਪਹਿਰਾ ਸੀ, ਉਹ ਨੰਬਰਦਾਰ ਨੇ, ਮਤਲਬ ਇੱਥੇ ਅਸੀਂ ਵੀ ਨੰਬਰਦਾਰਾਂ ਤੇ ਸਾਡੇ ਵੱਡੇ ਵੀ ਲਾਉਂਦੇ ਰਹੇ ਨੇ, ਚੌਕੀਦਾਰ ਨੂੰ ਸੱਦ ਕੇ
ਨਾਵਾਂ ਦੀ ਲਿਸਟ ਬਣਾਈ ਹੋਣੀ ਜੀ। ਉਹ ਫਲਾਣਿਆਂ ਨੂੰ ਸੱਦੋ ਬਈ ਫਲਾਣਿਆਂ ਨੂੰ। ਸਾਡੇ ਵੇਲੇ ਠੀਕਰੀਆਂ ਤੇ ਨਹੀਂ ਸਨ ਦਿੰਦੇ, ਲੇਕਿਨ ਉਹਦਾ ਨਾਂ ਠੀਕਰੀ ਪਹਿਰਾ ਸੀ ਪੁਰਾਣੇ ਜ਼ਮਾਨੇ ਤੋਂ। ਹਾਂ ਜੀ ਹਾਂ। ਉਹ ਫਿਰ ਆਂਦੇ ਸਨ ਵੀ ਚੱਲ ਵੀ ਤੂੰ ਇੱਧਰ ਜਾਣਾ ਹੈ, ਤੂੰ ਇਸ ਪਾਸੇ ਜਾਣਾ ਹੈ। ਫਿਰ ਉਹਨਾਂ ਆਪਸ 'ਚ ਇੱਕ ਦੂਜੇ ਨੂੰ ਮਿਲ ਕੇ ਫਿਰ ਇਕੱਠਿਆਂ ਬਹਿ ਵੀ ਰਹਿਣਾ, ਕਈ ਵਾਰੀ ਫਿਰ ਫਿਰਦਿਆਂ ਰਹਿਣਾ, ਕੁਝ ਬੰਦਿਆਂ ਲਹਿੰਦੇ ਬਹਿ ਰਹਿਣਾ ਜਾ ਕੇ, ਜੀ। ਕੁਝ ਪਹਾੜ ਬਹਿ ਰਹਿਣਾ, ਕੁਝ ਦੱਖਣ ਖਿਆਲ ਹੁੰਦਾ ਸੀ, ਜੀ। ਕੋਈ ਟਾਂਡਰੀ ਲਾ ਲੈਣੀ, ਅੱਗ ਛੱਗ ਬਾਲ ਲੈਣੀ। ਹਾਂ। ਅੱਛਾ, ਤਾਂ ਕਿ ਉਹ ਥੋੜਾ ਜਿਹਾ ਨਾ ਭੁਲੇਖਾ ਹੁੰਦਾ, ਲੋਸ਼ੋ ਬਲਦੀ ਹੋਏ ਤੇ ਬਾਹਰੋਂ ਵੇਖ ਕੇ ਨਾ ਚੋਰ ਤੂੰ ਆਂਦਾ ਵੀ ਸਾਈਂ ਬੈਠੇ ਨੇ ਜਾ ਹਾਂ ਜੀ ਹਾਂ। ਉਹ ਫਿਰ ਇੰਜ ਜਿਹੜਾ ਲੱਗਦਾ ਸੀ ਨਾ ਇਹਨੂੰ ਠੀਕਰੀ ਪੈੜਾ ਆਉਂਦੇ ਸਨ। ਹਾਂਜੀ ਨਹੀਂ ਤੇ ਇਹ ਠੀਕਰੀ ਜਿਹੜੀ ਫੜਾਈ ਜਾਂਦੀ ਸੀ, ਇੱਕ ਤੇ ਤੁਸੀਂ ਦੱਸਿਆ ਹਾਂਜੀ ਵੀ ਉਹ ਠੀਕਰੀ ਉਹ ਪਛਾਣ ਲੈਂਦੇ ਹਨ ਵੀ ਇਹ ਠੀਕਰੀ ਸਾਡੇ ਆਪਣੀ ਆ, ਉਹ ਆਪਣੀ ਇੱਕ ਮਿੱਟੀ ਦੀ ਘੜ ਕੇ ਉੱਤੇ ਕੋਈ ਨਿਸ਼ਾਨੀ ਹਾਂਜੀ ਕੋਈ ਨਿਸ਼ਾਨੀ ਲਾਈ ਹੋਣੀ ਹੈ ਨਾ। ਹਾਂਜੀ ਇੱਕ ਉਹ ਤੇ ਉਹ- ਪੁਰਾਣੇ ਜ਼ਮਾਨੇ 'ਚ। ਹਾਂ। ਅੱਛਾ, ਉਹ ਇਸ ਵਾਸਤੇ ਨਹੀਂ ਨਾ ਕਿ ਜਿਹੜੇ ਬਹੁਤ ਵੱਡੇ ਪਿੰਡ ਸਨ, ਕਈ ਵਾਰੀ ਕੋਈ ਸੁਝਾਉਣ ਦਾ ਵੀ ਮਸਲਾ ਹੋ ਸਕਦਾ ਨਾ, ਜੀ। ਹਨੇਰੇ 'ਚ ਬੰਦਾ ਸੁਝਾਉਂਦਾ ਨਹੀਂ, ਉਹ ਜਦੋਂ ਠੀਕਰੀ ਫੜਾਉਂਦਾ ਸੀ ਤਾਂ ਉਹ ਸਮਝਦੇ ਹਨ ਬੰਦਾ ਆਪਣਾ ਹੈ। ਹਾਂ। ਉਹ ਸਿਕਿਉਰਿਟੀ ਦਾ ਤੁਸੀਂ ਸਮਝ ਲਓ, ਇੱਕ ਜਿਵੇਂ ਫੌਜ 'ਚ ਕੋਡ ਵਰਡ ਨਹੀਂ ਦੱਸਦੇ ਹਾਂ। ਸ਼ਾਮ ਨੂੰ ਮਤਲਬ ਜਦੋਂ ਆ ਸਕੀਮਾਂ ਗਈਆਂ ਹੁੰਦੀਆਂ ਨੇ ਤਾਂ ਉਹ ਇੱਕ ਕੋਡ ਵਰਡ ਦੱਸਦੇ ਨੇ, ਹਾਂ। ਹਾਂਜੀ, ਕਿ ਅੱਜ ਦਾ ਕੋਡ ਵਰਡ ਆ ਹੈ। ਹਾਂ। ਉਹ ਫਿਰ ਜਦੋਂ ਵੀ ਉਹ ਕੋ ਸਿਪਾਹੀ ਕਿਤੇ ਜਾਏ ਲਾਂਬੇ ਜਾਂ ਤੇ ਉਹ ਪੁੱਛਦੇ ਨੇ ਪਹਿਲਾਂ ਹਲਟ ਪਾਸਵਰਡ ਕਿ ਖਲੋ ਜਾ ਪਾਸਵਰਡ, ਉਹਨੂੰ ਪਾਸਵਰਡ ਆਂਦੇ ਨੇ, ਪਾਸਵਰਡ ਦੱਸ। ਅਗਰ ਉਹ ਪਾਸਵਰਡ ਨਹੀਂ ਦੱਸ ਸਕਦਾ ਤਾਂ ਉਹਨੂੰ ਗ੍ਰਿਫਤਾਰ ਕਰ ਲੈਂਦੇ ਵੀ ਦੁਸ਼ਮਣ ਦਾ ਬੰਦਾ ਹੈ। ਬਿਲਕੁਲ ਹਾਂਜੀ, ਹਾਂ। ਤੋਂ ਇਸ ਤਰ੍ਹਾਂ ਦੀ ਇਹ ਠੀਕਰੀ ਜਿਹੜੀ ਸੀ ਨਾ, ਇਹ ਇੱਕ ਨਿਸ਼ਾਨੀ ਸੀ ਕਿ ਜੀ ਇਹ ਆਪਣੇ ਹੀ ਬੰਦੇ ਜਿਹੜੇ ਨੇ ਨਾ ਇਹ ਫਿਰਨ ਡੱਠੇ ਨੇ ਪਿੰਡ ਦੇ ਵਿੱਚ। ਜੀ। ਤੇ ਵੱਡਿਆਂ ਪਿੰਡਾਂ 'ਚ ਸਾਰੇ ਬੜੇ ਵੱਡੇ ਘੇਰ, ਵੱਡੀਆਂ ਆਬਾਦੀਆਂ ਦੇ ਜਿਹੜੇ ਪਿੰਡ ਨੇ, ਹਾਂ। ਛੋਟਿਆਂ 'ਚ ਤੇ ਥੋੜੋ ਜ਼ਿਆਦਾ ਸੁਝਾਣਦੇ ਨੇ ਇੱਕ ਦੂਜੇ ਨੂੰ ਲੋਕ, ਹਾਂ। ਤੇ ਉਹ ਵੱਡਿਆਂ ਪਿੰਡਾਂ 'ਚ ਕਈ ਬੰਦਿਆਂ ਨੂੰ ਨਹੀਂ ਵੀ ਸੁਝਾਣਦੇ ਹੁੰਦੇ। ਹਾਂ। ਉਹ ਫਿਰ ਉਹਦੇ ਵਾਸਤੇ ਨਾ ਇੱਕ ਨਿਸ਼ਾਨੀ ਦੇ ਤੌਰ ਤੇ ਵੀ ਜੀ ਇਹ, ਤੇ ਵਾਹ। ਉਹਨੇ ਉਹ ਅਗਲੇ ਨੂੰ ਫੜਾ ਦੇਣੀ, ਉਹਨੇ ਅਗਲੇ ਨੂੰ ਫੜਾ, ਤੋਂ ਇਸ ਤਰ੍ਹਾਂ ਮਤਲਬ ਇਹ ਚੱਲਦਾ ਸੀ। ਵਾਹ। ਹਾਂਜੀ ਲਓ ਜੀ ਪਿਆਰਿਓ, ਬਾਬਾ ਜੀ ਤੁਹਾਨੂੰ ਸਮਝਾ ਦਿੱਤੀ ਸਾਰੀ ਗੱਲ ਵੀ ਠੀਕਰੀ ਪਹਿਰੇ ਤੋਂ ਮੁਰਾਦ ਇੱਕ ਤੇ ਇਹ ਸੀ ਕਿ ਆਪਣੀ ਸੈਲਫ ਸਿਕਿਉਰਿਟੀ ਪਿੰਡਾਂ ਦੇ ਵਿੱਚ ਦੋਸਤ ਅਹਬਾਬ ਰਲ ਮਿਲ ਕੇ ਕਰਦੇ ਸਨ, ਲੰਬੜਦਾਰ ਸਾਹਿਬ ਦੀ ਜ਼ੇਰੇ ਕਿਆਦਤ। ਔਰ ਦੂਸਰੀ ਗੱਲ ਇਹ ਸੀ ਕਿ ਇਹ ਜਿਹੜੀ ਆਪਣੀ ਸੈਲਫ ਪ੍ਰੋਟੈਕਸ਼ਨ ਸੀ ਉਹਨੂੰ ਫੂਲ ਪ੍ਰੂਫ ਬਣਾਉਣ ਵਾਸਤੇ ਹਾਂਜੀ ਉਹ ਠੀਕਰੀ ਦੀ ਨਿਸ਼ਾਨੀ ਰੱਖੀ ਜਾਂਦੀ ਸੀ। ਜਿਵੇਂ ਅਫਵਾਜ ਦਾ ਦੱਸਿਆ ਕਿ ਮੁਖਤਲਿਫ ਟਰੂਪਸ ਜਿਹੜੇ ਨੇ ਉਹ ਆਪਸ ਵਿੱਚ ਮਿਲਦੇ ਨੇ ਤੇ ਆਪਣਾ ਪਾਸਵਰਡ ਇੱਕ ਦੂਜੇ ਨੂੰ ਦੱਸਦੇ ਨੇ, ਫਿਰ ਪਤਾ ਲੱਗ ਜਾਂਦਾ ਬਈ ਇਹ ਸਾਡੀ ਆਪਣੀ ਹੀ ਫੌਜ ਹੈ, ਦੁਸ਼ਮਣ ਦੇ ਬੰਦੇ ਨਹੀਂ। ਤੀਸਰਾ ਅਸਾਂ ਇਹ ਵੀ ਸੁਣਿਆ ਸਿਆਣਿਆਂ ਕੋਲੋਂ ਕਿ ਉਹ ਠੀਕਰੀ ਦੀ ਜਿਹੜੀ ਮੂਵਮੈਂਟ ਸੀ ਨਾ, ਇੱਕ ਬੰਦਾ ਇੱਥੋਂ ਟੁਰ ਕੇ ਤੇ ਦੂਜੀ ਨੁੱਕਰ ਤੇ ਜਾ ਕੇ ਉਹਨੂੰ ਠੀਕਰੀ ਫੜਾਣੀ, ਉਹਨੇ ਅਗਲੇ ਨੂੰ ਫੜਾਣੀ, ਜਿਵੇਂ ਬਾਜਵਾ ਸਾਹਿਬ ਵੀ ਦੱਸਿਆ। ਉਹਦੇ ਨਾਲ ਪਹਿਰੇਦਾਰ ਜਾਗਦੇ ਵੀ ਰਹਿੰਦੇ ਹਨ, ਸੌਂ ਵੀ ਨਹੀਂ ਹਨ ਨਾ ਜਾਂਦੇ। ਮਤਲਬ ਠੀਕਰੀ ਖਿੱਸੇ 'ਚ ਪਾ ਕੇ ਬੰਦਾ ਸੌਂ ਵੀ ਜਾਂਦਾ, ਰਾਤ ਨੂੰ ਨੀਂਦਰ ਦੇ ਆਉਂਦੇ ਨੇ, ਸੁਵਲੀ ਤੇ ਵੀ ਆ ਜਾਂਦੀ ਹੈ। ਲੇਕਿਨ ਉਹ ਠੀਕਰੀ ਦਾ ਇੱਕ ਦੂਜੇ ਨੂੰ ਪਾਸ ਕਰਨਾ, ਅਗਲੇ ਨੂੰ ਜਾ ਕੇ ਫੜਾਣੀ, ਉਹਦਾ ਇੱਕ ਮਤਲਬ ਇਹ ਵੀ ਹੁੰਦਾ ਸੀ ਕਿ ਬੰਦੇ ਜਾਗਦੇ ਰਹਿਣ। ਹਾਂਜੀ ਬਾਜਵਾ ਸਾਹਿਬ ਚੜ੍ਹਦੇ ਪੰਜਾਬ ਤੋਂ ਰਾਜਨ ਨੱਦਨ, ਉਹਨਾਂ ਸਾਰੇ ਇੱਕ ਅਖਾਣ ਭਜਵਾਇਆ ਭਈ ਉੱਠ ਨੀ ਨੂੰਏ ਨਿਸਲ ਹੋ ਤੇ ਚਰਖਾ ਛੱਡ ਤੇ ਚੱਕੀ ਝੋ। ਹਾਂਜੀ, ਇਹ ਪੁਰਾਣੇ ਜ਼ਮਾਨੇ 'ਚ ਜਦੋਂ ਚੱਕੀਆਂ ਵੀ ਹੁੰਦੀਆਂ ਸਨ ਤੇ ਚਰਖੇ ਵੀ ਹੁੰਦੇ ਸਨ। ਹਾਂਜੀ ਹਾਂਜੀ। ਤੇ ਜਿਹੜੀਆਂ ਸੱਸਾਂ ਨੇ ਨਾ, ਜਿਹੜੀਆਂ ਜ਼ਾਲਮ ਸੱਸਾਂ, ਹਾਂ ਜਿਨ੍ਹਾਂ ਨੇ ਮਤਲਬ ਆਪਣੀ ਹੱਥੀਂ ਕੱਖ ਕਰਨਾ ਨਹੀਂ ਹਾਂਜੀ ਹਾਂਜੀ। ਤੇ ਉਹਨਾਂ ਕਮਾਂਡਿੰਗ ਅਫੀਸਰ ਬਣਿਆ ਰਹਿਣਾ ਹੈ। ਹਾਂ ਉਹਨਾਂ ਨੇ ਮਤਲਬ ਇਹ ਨਹੀਂ ਵੇਖਣਾ ਵੀ ਰਾਤ ਦੀ ਚਰਖਾ ਕਾਦੀ ਹੈ ਪਈ, ਕਿਹੜੇ ਵੇ ਦੀ ਲੱਗੀ, ਇਹ ਬਾਹਾਂ ਰਹਿ ਜਾਂਦੀਆਂ ਨੇ। ਚਰਖਾ ਫੇਰ ਕੇ ਦੋਵੇਂ ਹੱਥ ਰੁੱਝੇ ਹੁੰਦੇ ਨੇ ਉਹਦੇ। ਹਾਂਜੀ ਹਾਂਜੀ ਹਾਂਜੀ, ਇੱਕ ਨਾਲ ਉਹਨੂੰ ਘੇੜਨਾ, ਦੂਜੇ ਨਾਲ ਪੂਣੀਆਂ, ਉਹ ਤੰਦਾਂ ਬਣਾਉਣੀਆਂ ਤੇ ਉਹਨੂੰ ਉਹ ਛੱਲੀਆਂ ਬਣਾਉਣੀਆਂ। ਤੇ ਜਦੋਂ ਪੂਣੀਆਂ ਵੱਟਦੇ ਨੇ ਨਾ ਜੀ ਜੀ, ਤੇ ਉਹਨਾਂ ਨੂੰ ਇਕੱਠੀਆਂ ਕਰਨ ਦਾ, ਜਦੋਂ ਇਸ ਤਰ੍ਹਾਂ ਇਕੱਠੀਆਂ ਕਰਕੇ ਨਾ ਰੱਖਦੇ ਉਹਨੂੰ ਗੋੜਾ ਆਂਦੇ ਨੇ। ਅੱਛਾ, ਉਹਨੇ ਇਹ ਨਹੀਂ ਵੇਖਣਾ ਵੀ ਸਾਰੀ ਰਾਤ ਚਰਖਾ ਕਰਦੀ ਰਹੀ ਹੈ ਜਾਂ ਕਦੋਂ ਦੀ ਲੱਗੀ ਹੈ, ਤੇ ਉਹਨੂੰ ਆਖਣਾ ਵੀ ਚਰਖਾ ਛੱਡ ਦੇ ਤੇ ਹੁਣ ਤੂੰ ਚੱਕੀ ਝੋਲਾ। ਕਿਉਂਕਿ ਘਰ ਦਾ ਆਟਾ ਵੇਖੋ ਨਾ ਜੀ, ਉਸ ਜ਼ਮਾਨੇ 'ਚ ਤਾਜ਼ਾ ਆਟਾ ਪੀ ਕੇ ਨਾ, ਮਸ਼ੀਨਾਂ ਤੇ ਕੋਈ ਨਹੀਂ ਸਨ ਹੁੰਦੀਆਂ, ਖਰਾਸ ਵੀ ਕਿਤੇ ਟਾਵੇਂ ਹੁੰਦੇ ਸਨ। ਤੇ ਉਹ ਹਰ ਘਰ ਦੇ ਵਿੱਚ ਚੱਕੀ ਹੁੰਦੀ ਸੀ। ਤੋ ਚੱਕੀ ਦੇ ਵਿੱਚ ਮਤਲਬ ਇਹ ਕਿ ਕਣਕ ਸਵੇਰੇ ਆਪੂ ਪੀਣੀ, ਕਣਕ ਜਿਹੜੀ ਆਪਣੀ ਪੀ ਕੇ ਤਾਜ਼ੀ, ਤੇ ਉਹਦਾ ਜਿਹੜਾ ਆਟਾ ਹੈ ਉਹਨੂੰ ਜਨਾਬ ਗੁੰਨ ਕੇ ਤੇ ਉਹਨੂੰ ਪਕਾਣਾ। ਤੇ ਜਿਹੜੀਆਂ ਨੂੰਹਾਂ, ਜਿਹੜੀਆਂ ਸੱਸਾਂ ਇਸ ਤਰ੍ਹਾਂ ਦੀਆਂ ਨੇ ਕਿ ਜਿੰਨਾ ਆਪਣੀ ਹੱਥੀ ਕੁਝ ਨਹੀਂ ਕਰਨਾ, ਭਈਆ ਕੋ ਥੋੜਾ ਬਹੁਤਾ ਉਹਦੇ ਨਾਲ, ਜੇ ਨੂੰਹ ਕੱਲੀ ਏ ਤੇ ਉਹਦਾ ਕੋ ਹੱਥ ਹੀ ਵੰਡਾ ਲਿਆ ਜਾਏ, ਉਹ ਨਹੀਂ ਕਰਨਾ। ਤੇ ਉਹਨੇ ਆਖਣਾ ਵੀ ਹੁਣ ਤੂੰ ਚਰਖਾ ਛੱਡ ਦੇ
ਤੇ ਹੁਣ ਤੂੰ ਚੱਕੀ ਝੋਲ ਹੈ ਹਾਂ। ਤੇ ਇਹ ਜਿਹੜਾ ਆਟਾ ਪੀ, ਜਦੋਂ ਉਹ ਪੀ ਲੇਗੀ ਫਿਰ ਉਹਨੂੰ ਆਖੇਗੀ ਵੀ ਤੂੰ ਹੁਣ ਗੁੰਨ ਕੇ ਹੁਣ ਪਕਾ। ਹਾਂ। ਤੋ ਮਤਲਬ ਇਹ ਕਿ ਇਹਦੇ ਚ ਜਿਹੜਾ ਥਾਣੇਦਾਰੀ ਸੁਭਾਅ ਹੈ ਨਾ ਹਾਂ। ਸੱਸਾਂ ਦਾ, ਉਹਦੀ ਨਿੰਦਿਆ ਕੀਤੀ ਗਈ ਹੈ ਕਿ ਮਤਲਬ ਇਹ ਨੂੰਹ ਨੂੰ ਵੀ ਇਨਸਾਨ ਹੀ ਸਮਝਣਾ ਚਾਹੀਦਾ, ਉਹ ਵੀ ਕਿਸੇ ਦੀ ਧੀ ਹੈ। ਵਾਹ, ਹਾਂਜੀ ਔਰ ਉਹ ਸਾਰਾ ਕੁਝ ਛੱਡ ਕੇ ਪੇਕਿਆਂ ਦਾ ਤੁਹਾਡੇ ਕੋਲ ਆਈ, ਇਹ ਕਾਨੂੰਨ ਹੈ ਕੁਦਰਤ ਦਾ। ਹਾਂਜੀ, ਤੇ ਤੁਸੀਂ ਮਤਲਬ ਕਿ ਉਹਨੂੰ ਇਹ ਨਾ ਸਮਝੋ ਵੀ ਇਹ ਮਤਲਬ ਕੋਈ ਲੋਹੇ ਦੀ ਬਣੀ ਹੈ। ਹਾਂਜੀ, ਉਹ ਵੀ ਇਨਸਾਨ ਹੈ, ਉਹਨੂੰ ਵੀ ਠਕੇਵਾ ਹੁੰਦਾ ਹੈ। ਤੇ ਮਤਲਬ ਇਹ ਕਿ ਇੱਕ ਆਪਣੀਆਂ ਧੀਆਂ ਵਾਂਗਰ ਹੀ ਉਹਨੂੰ ਵੀ ਸਮਝਣਾ ਚਾਹੀਦਾ। ਹਾਂਜੀ, ਆਪਣੀਆਂ ਧੀਆਂ ਨੂੰ ਸੁੱਤਿਆ ਨਾ ਜਗਾਣਾ ਤੇ ਨੂੰਹ ਨੂੰ ਆਖਣਾ ਵੀ ਚੱਲ ਬਈ ਤੂੰ ਹੁਣ ਚਰਖਾ ਛੱਡ ਦੇ ਤੇ ਤੂੰ ਚੱਕੀ ਨੂੰ ਲੱਗ ਪੈਣਾ। ਹਾਂਜੀ, ਤੇ ਧੀ ਸਿਰਹਾਣੇ ਬਾਂਹ ਦੇ ਕੇ ਸੁੱਤੀ ਰਹੇ, ਉਹਨੂੰ ਵੀ ਤੇ ਮੱਤ ਦਿਓ ਨਾ, ਉਹਨੇ ਕੱਲ ਨੂੰ ਕਿਸੇ ਦੀ ਨੂੰਹ ਬਣਨਾ ਹੈ। ਹਾਂਜੀ, ਉਹਨੂੰ ਸਿੱਖਿਆ ਆਏਗੀ, ਉਹ ਪੂਰੀ ਮਤਲਬ ਇਹ ਹੈ ਕਿ ਸਿੱਖੇਗੀ, ਸਾਰੇ ਚੱਜ ਸਿੱਖੇਗੀ ਤੇ ਚੱਜ ਸਿੱਖੇਗੀ ਤੇ ਫੇਰ ਹੀ ਮਾਂ ਦੀ ਸੋਭਾ ਉਹਦੇ ਸਹੁਰੇ ਘਰ ਜਾ ਕੇ ਹੋਏਗੀ ਕਿ ਕਿਸੇ ਮਾਂ ਪਿਓ ਨੇ ਚੰਗੀ ਚੰਡ ਕੇ ਧੀ ਘੱਲੀ ਹੈ। ਹਾਂਜੀ, ਤੇ ਜੇ ਉਹਨੂੰ ਉਹ ਸੁੱਤੀ ਰਹੇਗੀ ਤਾਂ ਉਹਨੂੰ ਜਗਾਏਗੀ ਨਾ, ਉਹਨੂੰ ਕੰਮ ਕਰਨਾ ਆਏਗਾ ਨਾ। ਹਾਂਜੀ, ਜਿਵੇਂ ਅੱਜ ਕੱਲ ਵੇਖਿਆ ਕਈਆਂ ਘਰਾਂ 'ਚ ਕੁੜੀਆਂ ਪੜ੍ਹਨ ਲਿਖਣ ਵਾਲੀਆਂ ਤੇ ਉਹ ਮੁਝੇ ਤਾਂ ਰੋਟੀ ਬਣਾਣੀ ਨਹੀਂ ਆਤੀ, ਇਹ ਆਪਣੀ ਸਿਫਤ ਪਈਆਂ ਦੱਸਦੀਆਂ। ਹਾਂਜੀ, ਹਾਲਾਂਕਿ ਇਹ ਗਲਤ ਹੈ। ਵੇਖੋ ਜੀ, ਜੇ ਔਰਤ ਨੂੰ ਅਮੂਰੇ ਖਾਨਾਦਾਰੀ ਨਹੀਂ ਆਉਂਦਾ ਤੇ ਫਿਰ ਉਹ ਕਾਹਦੀ ਔਰਤ, ਕਾਹਦੀ ਬਿਲਕੁਲ ਉਹਨੂੰ ਘਰ ਦੇ ਕੰਮ ਕਰਨ ਦੀ ਚੱਜ ਨਹੀਂ, ਰੋਟੀ ਪਕਾਣੀ, ਆਟਾ ਗੁੰਨਣਾ ਨਹੀਂ ਆਉਂਦਾ। ਹਾਂਜੀ, ਤੇ ਫਿਰ ਮਤਲਬ ਇਹ ਵੇਖੋ ਨਾ ਜੀ, ਪੁਰਾਣੇ ਜ਼ਮਾਨੇ 'ਚ ਉਸ ਵੇਲੇ ਚੱਜ ਜਿਹੜਾ ਹੁੰਦਾ ਸੀ ਨਾ, ਚੱਜ ਦੀ ਸਿਫਤ ਗਿਣੀ ਜਾਂਦੀ ਸੀ। ਉਹ ਇੱਕ ਜ਼ਿਮੀਂਦਾਰ ਦੀ ਨੂੰਹ ਆਈ ਤੇ ਉਹਨੇ ਨਾ ਆਟਾ ਗੁੰਨਿਆ, ਆਟਾ ਗੁੰਨ ਕੇ ਰੱਖਿਆ ਤੇ ਉਹ ਬਾਹਰ ਅੰਦਰ ਗਈ ਤੇ ਪਤਾ ਨਹੀਂ ਉਹ ਪਿੱਛੋਂ ਕਾਂ ਆਇਆ ਤੇ ਚੁੰਝ ਭਰ ਕੇ ਲੈ ਗਿਆ। ਉਹ ਆਖਣ ਲੱਗੀ ਕਿ ਆਪਣੇ ਸਹੁਰੇ ਨੂੰ ਆਂਦੀ, ਇਹ ਤੁਹਾਡੀ ਕਣਕ ਠੀਕ ਨਹੀਂ ਤੇ ਮੇਰਾ ਗੁੱਜਾ ਆਟਾ ਕਾਂ ਕਾਹਲੀ ਲੈ ਜੇ। ਅੱਛਾ, ਉਹ ਆਖਣ ਲੱਗਾ ਧੀਏ ਵੀ ਅੱਗੋਂ ਤੇਰੇ ਕੋਲੋਂ ਪੁੱਛ ਕੇ ਕਣਕ ਬੀਜਾਂਗੇ। ਉਹ ਅਗਲਾ ਸਾਲ ਆਇਆ, ਹਲਾਂ ਨਾਲ ਵਾਹੀ ਕਰਦੇ ਸਨ, ਉਹਨਾਂ ਕੋ ਪੈਲੀ ਵੀਘਾ ਕਿੱਲਾ ਰੱਖ ਲਈ ਸਪੈਸ਼ਲ, ਜਿਹੜੀ ਖਾਸ ਇਸ ਕੰਮ ਲਈ, ਘਰ ਦੀ ਕਣਕ ਵਾਸਤੇ। ਵਾਹ, ਉਹ ਵਾਹੀ ਜਾਏ, ਉਹ ਗਈ ਤੇ ਉਹਨੂੰ ਆਖੇ ਵਾਹੀ ਜਾਓ। ਤੋ ਗੱਲ ਇਹ ਹੈ ਕਿ ਬਹੁਤ ਜ਼ਿਆਦਾ ਜ਼ਮੀਨ ਲੋਕੀ ਵਾਹੁੰਦੇ ਸਨ। ਉਹਨੇ ਨਾ ਚਾਟੀ ਜਿਹੜੀ ਹੈ ਨਾ ਲੱਸੀ ਵਾਲੀ ਥੱਲੇ ਸੁੱਟੀ। ਜਦੋਂ ਸੁੱਟੀ ਤੇ ਉਹ ਜ਼ਮੀਨ ਦੇ ਵਿੱਚੋਂ ਟੁੱਟ ਗਈ। ਉਹਨੇ ਆਖਿਆ ਹਾਲੀ ਤੁਹਾਡੀ ਪੈਲੀ ਠੀਕ ਨਹੀਂ ਵੱਗੀ। ਉਹ ਫੇਰ ਉਹਦੀ ਆਂਦੀ ਇਹਨੂੰ ਹੋਰ ਵਾਓ। ਉਹ ਵਾਹੁੰਦੇ ਰਹੇ, ਬਾਅਦ ਚ ਇੱਕ ਦਿਨ ਫੇਰ ਗਈ ਤੇ ਉਹਨੇ ਨਾ ਚਾਟੀ ਉੱਤੋਂ ਲੱਸੀ ਦੀ ਭਰੀ ਸੁੱਟੀ ਤੋਂ ਖੁੱਭ ਗਈ ਸਾਰੀ। ਆਂਦੀ ਇਹ ਹੁਣ ਇਹਦੇ ਚ ਕਣਕ ਬੀਜੋ। ਉਹਦੇ ਚ ਉਹਨਾਂ ਕਣਕ ਬੀਜੀ। ਉਹਦੇ ਤੋਂ ਬਾਅਦ ਉਹ ਕਣਕ ਹੋਈ, ਉਹਨੇ ਚੱਕੀ ਤੇ ਪੀ ਕੇ ਉਹਦਾ ਆਟਾ ਗੁੰਨ ਕੇ ਕੰਧ ਦੇ ਉੱਤੇ ਰੱਖ ਛੜੀ ਕਨਾਲੀ। ਇੱਕ ਕਾਂ ਆਇਆ, ਉਹਨੇ ਚੁੰਝ ਭਰੀ ਵਿੱਚ ਹੀ ਫਸ ਗਿਆ। ਆਖਣ ਲੱਗੇ ਹੁਣ ਜਾਏਗਾ ਵਾਲਾ ਕਾਂ। ਫਿਰ ਉਹਨੇ ਕਾਂ ਨੂੰ ਫੜ ਕੇ ਕੱਢਿਆ। ਉਹਨੇ ਆਖਿਆ ਕਿ ਕਣਕ 'ਚ ਇੰਨੀ ਲੇੜ ਹੋਣੀ ਚਾਹੀਦੀ ਹੈ ਤਾਂ ਤੁਹਾਡੇ ਇਨਸਾਨ ਲਈ ਉਹ ਸਹੀ ਤਾਕਤ ਵਾਲੇ। ਹਾਂਜੀ, ਹੁਣ ਤਾਂ ਗੱਲ ਹੀ ਮੁੱਕ ਗਈ ਨਾ ਜੀ। ਵੇਖੋ ਕਿ ਉਹ ਨੂੰਹਾਂ ਧੀਆਂ ਐਡੀਆਂ ਸਿੱਖਿਆਕਾਰ ਹੁੰਦੀਆਂ ਹਨ। ਹਾਂਜੀ, ਉਹ ਨੂੰਹਾਂ ਨੂੰ ਇਹ ਵੀ ਪਤਾ, ਮਾਂ ਨੇ ਸਿਖਾ ਕੇ ਘੱਲਿਆ। ਮਾਂ ਨੇ ਸਾਰਾ ਕੁਝ ਦੱਸਿਆ ਸੀ ਵੀ ਪੁੱਤਰ ਆਟਾ ਕਦੋਂ ਗੁੱਝਦਾ ਸਹੀ। ਹਾਂਜੀ, ਮਤਲਬ ਐਵੇਂ ਹੀ ਤੇ ਨਹੀਂ ਨਾ ਪਾਣੀ ਪਾ ਕੇ ਘਚੋਲ ਲੈਣਾ ਉਹਨੂੰ, ਮਤਲਬ ਉਹਨੂੰ ਉਦੋਂ ਗੁੱਝਣਾ ਉਹਨੇ ਜਦੋਂ ਪੂਰੀ ਲੇੜ ਫੜ ਜੇ ਆਟਾ। ਸਰ, ਗੰਦਮ ਦੇ ਆਟੇ ਦੇ ਵਿੱਚ ਕਿਸ ਕਦਰ ਤਾਕਤ ਹੈ ਇਨਸਾਨੀ ਜਿਸਮ ਦੇ ਵਾਸਤੇ। ਇਹ ਉਸ ਧੀ ਨੇ ਦੱਸ ਛੱਡਿਆ ਆਪਣੇ ਸੱਸ ਤੇ ਸਹੁਰੇ ਕਿ ਆਟਾ ਮੈਂ ਗੁੰਨਾਂਗੀ, ਉਹਦੇ 'ਚ ਇੰਨੀ ਲੇੜ ਹੋਣੀ ਚਾਹੀਦੀ ਹੈ ਤੇ ਫਿਰ ਤੁਹਾਡੇ ਪਿੰਡੇ ਨੂੰ ਲੱਗੇਗਾ। ਫਿਰ ਤੁਹਾਨੂੰ ਤਾਕਤ ਦੇਗਾ। ਉਹਦੇ ਵਿੱਚ ਜਿਹੜੇ ਕੋਈ ਵਿਟਾਮਿਨਸ ਨੇ, ਉਹਦੇ ਜੋ ਕੁਝ ਵੀ ਹੈ ਅੱਲਾਹ ਪਾਕ ਜੋ ਉਹਦੇ 'ਚ ਇਹ ਸਖਾਨ ਚ ਹੀ ਦੱਸਿਆ ਗਿਆ ਵੀ ਜਿਹੜੀਆਂ ਚੱਜੀਆਂ ਨੂੰ ਸੱਸਾਂ ਹੁੰਦੀਆਂ ਨੇ ਨਾ, ਉਹ ਹਰ ਕੰਮ ਅੱਗੇ ਨੂੰਹ ਨੂੰ ਧਰੀ ਰੱਖਦੀਆਂ ਨੇ ਔਰ ਧੀਆਂ ਨੂੰ ਨਹੀਂ ਸਿਖਾਉਂਦੀਆਂ ਤੇ ਧੀਆਂ ਨੂੰ ਸੁੱਤੀਆਂ ਰਹਿੰਦੀਆਂ ਨੇ ਜਾਂ ਐਵੇਂ ਬਹਿ ਰਹਿੰਦੀਆਂ ਨੇ। ਔਰ ਉਹ ਫਿਰ ਜਦੋਂ ਕੋਈ ਚੱਜ ਹੀ ਨਹੀਂ ਸਿੱਖਣਾ, ਉਹ ਜਦੋਂ ਸਹੁਰੇ ਘਰ ਜਾਣਗੀਆਂ ਤਾਂ ਉਹਨਾਂ ਵਾਸਤੇ ਮੁਸੀਬਤ ਬਣ ਜਾਏਗੀ। ਉਹ ਫਿਰ ਮਾਂ ਨੂੰ ਵੀ ਪੁੰਨਣਗੇ ਤੇ ਪਿਓ ਨੂੰ ਵੀ ਪੁੰਨਣਗੇ ਕਿ ਤੈਨੂੰ ਮਾਂ ਪਿਓ ਨੇ ਕੋਈ ਸਿੱਖਿਆ ਦੇ ਕੇ ਘੱਲੀ ਨਹੀਂ। ਇਹ ਗੱਲ ਨਸਲ ਦਾ ਮਤਲਬ ਹੈ ਸਿੱਧਿਆਂ ਹੋ। ਹਾਂਜੀ, ਲਓ ਜੀ ਪਿਆਰਿਓ, ਉੱਠ ਨੀ ਨੂੰਹ ਨਿਸਲ ਹੋ, ਚਰਖਾ ਛੱਡ ਤੇ ਚੱਕੀ ਚੋ। ਬਾਬਾ ਜੀ ਪੇ ਫਰਮਾਉਂਦੇ ਨੇ ਜਿਹੜਾ ਬਾਜ਼ ਘਰਾਂ ਦੇ ਵਿੱਚ ਸੱਸਾਂ ਦਾ ਆਮਰਾਨਾ, ਹਾਕਮਾਨਾ ਤੇ ਥਾਣੇਦਾਰਾਨਾ ਜਿਹੜਾ ਸੁਭਾਅ ਹੁੰਦਾ ਨਾ, ਰਵੱਈਆ ਨੂੰਹਾਂ ਦੇ ਬਾਰੇ 'ਚ ਉਹਦੀ ਨਿੰਦਿਆ ਕੀਤੀ ਗਈ ਹੈ ਇਸ ਅਖਾਨ ਦੇ ਵਿੱਚ ਵੀ ਸਾਰੀ ਰਾਤ ਦੇ ਅੱਗੇ ਹੀ ਉਹ ਚਰਖਾ ਚਲਾਉਂਦੀ ਰਹੀ ਤੇ ਸੁਬਾਹ ਉੱਠ ਕੇ
ਨਾਸ਼ਤਾ ਪਕਾਉਣ ਤੋਂ ਪਹਿਲੇ ਆਟਾ ਪੀਣ ਦਾ ਕੰਮ ਵੀ ਉਸੇ ਨੂੰਹ ਕੋਲੋਂ ਹੀ ਲਿਆ ਜਾ ਰਿਹਾ ਹੈ। ਤੇ ਕਿੰਨੀ ਪਿਆਰੀ ਬਾਬਾ ਜੀ ਗੱਲ ਕੀਤੀ ਕਿ ਆਪਣੀਆਂ ਧੀਆਂ ਨੂੰ ਵੀ ਤੇ ਕੋਈ ਕੰਮ ਆਖਣਾ ਚਾਹੀਦਾ, ਕੁਝ ਆਪੋਂ ਵੀ ਕੰਮ ਕਰਨੇ ਚਾਹੀਦੇ ਨੇ। ਆਪਣੀਆਂ ਧੀਆਂ ਨੂੰ ਵੀ ਅਸੀਂ ਸਿੱਖਿਆਕਾਰ ਬਣਾਈਏ, ਉਹਨਾਂ ਨੂੰ ਵੀ ਅਮੂਰੇ ਖਾਨਾਦਾਰੀ ਬਾਰੇ ਅਕਲ ਮਤ ਦੱਸੀ ਜਾਏ। ਤੇ ਜੇ ਫਿਰ ਉਹ ਕਿਧਰੇ ਜਾਂਦੀਆਂ ਨੇ ਜਦੋਂ ਵਿਆਹ ਕੇ, ਤੇ ਉੱਥੋਂ ਮਾਪਿਆਂ ਦੀ ਵੀ ਸੋਭਾ ਹੁੰਦੀ ਹੈ। ਬਾਬਾ ਜੀ ਜੰਮੂ ਕਸ਼ਮੀਰ ਤੋਂ ਕੀਮਤ ਰਾਜ, ਵਾਹ, ਉਹਨਾਂ ਸਾਨੂੰ ਜਨਾਬ ਖਾਨ ਇੱਕ ਭਜਵਾਇਆ ਭਈ ਬਾਲਾਂ ਦਾ ਭੱਜ ਤੇ ਮਾਵਾਂ ਦਾ ਰੱਜ। ਆ ਜੰਮੂ ਦਾ ਹੀ ਹੋਣਾ ਕਿਉਂਕਿ ਜੰਮੂ 'ਚ ਪੰਜਾਬੀ ਬੋਲੀ ਜਾਂਦੀ ਹੈ ਸਾਰੇ। ਹਾਂਜੀ ਹਾਂਜੀ ਹਾਂਜੀ। ਤੇ ਇਹ ਗੱਲ ਇਹੋ ਹੀ ਹੈ ਬਈ ਜਿਸ ਤਰ੍ਹਾਂ ਅਸੀਂ ਅੱਗੇ ਗੱਲ ਕਰਦੇ ਰਹਿੰਦੇ ਆ ਜੀ ਜੀ ਕਿ ਮਾਵਾ ਤੂੰ ਕਾਹਦਾ ਪਟਵਾਰੀ ਤੇ ਮੁੰਡਾ ਮੇਰਾ ਰੋਵੇ ਅੰਬ ਨੂੰ, ਹਾਂਜੀ। ਤੂੰ ਬਾਲਾਂ ਦਾ ਤੇ ਫਿਰ ਪੱਜ ਹੀ ਹੁੰਦਾ ਹੈ, ਬਹਾਨਾ ਪੱਜ ਮੈਂ ਨਾ ਬਹਾਨਾ। ਹਾਂਜੀ ਮਾਵਾ ਆਪਣਾ ਲੇੜ ਮਾਰਨ ਵਾਸਤੇ ਨਾ ਪਈਆਂ ਆਂਦੀਆਂ ਨੇ, ਅਣਜਾਣੇ ਫਲਾਣੀ ਸ਼ਾਹ ਨੂੰ ਤਰਸਦੇ ਨੇ। ਰੋਜ਼ ਪਏ ਆਂਦੇ ਸਨ ਅੱਬੂ ਨੇ ਸੇਬ ਨਹੀਂ ਆਂਦੇ, ਅੱਬੂ ਨੇ ਅੰਬ ਨਹੀਂ ਆਂਦੇ, ਅੱਬੂ ਨੇ ਕੇਲੇ ਨਹੀਂ ਆਂਦੇ। ਬਿਲਕੁਲ ਜੀ। ਹਾਂਜੀ। ਅੱਜ ਤੇ ਫਲਾਣੀ ਆਪਣਾ ਕਰਦਾ ਹੁੰਦਾ ਤੇ ਮੈਂ ਅੱਜ ਤੇ ਮੇਰੇ ਕੋ ਮਾਰ ਵੀ ਇਹਨੇ ਖਾਧੀ ਏ, ਪਰਤਾ ਨਹੀਂ ਮੈਨੂੰ ਕੇਲਾ ਦੇ। ਤੇ ਮੈਂ ਆਖਿਆ ਨਖੁੱਟੇ ਤੇਰੇ ਪਿਓ ਨੇ ਆਂਦਾ ਹੀ ਨਹੀਂ। ਅਜਾ ਉਹਨੂੰ ਮਤਲਬ ਇਹ ਆ ਕਿ ਉਹਨੂੰ ਚੱਡੀ ਦਈ ਜਾਣੀ ਤਾਂ ਕਿ ਉਹ ਸਾਰਾ ਦਿਲ ਹੁੰਦਾ ਆਪ ਨੂੰ ਰੱਜ ਕੇ ਖਾਣ ਦਾ। ਹਾਂਜੀ। ਤੇ ਮਤਲਬ ਦੱਸਿਆ ਗਿਆ ਕਿ ਮਾਵਾਂ ਜਿਹੜੀਆਂ ਨੇ ਨਾ ਉਹ ਤੇ ਬਹਾਨੇ ਬਣਾ ਕੇ ਨਾ ਬੱਚਿਆਂ ਦੇ, ਤੇ ਉਹਨਾਂ ਨੇ ਰੱਜ ਤੇ ਆਪਣਾ ਮਾਰਨਾ ਹੁੰਦਾ, ਪੇਟ ਆਪਣਾ ਭਰਨਾ ਹੁੰਦਾ, ਉਹਨਾਂ ਦਾ ਆਪਣਾ ਦਿਲ ਕਰਦਾ ਹੁੰਦਾ ਕੋਈ ਚੰਗੀ ਚੋਖੀ ਸ਼ੈ ਖਾਣ ਤੇ ਉਹ ਫਿਰ ਸਿੱਧਾ ਸਾਵਾਂ ਆਪਣੇ ਮਤਲਬ ਕੌਂਤ ਨੂੰ ਇਹ ਆਂਦੀਆਂ ਨਹੀਂ ਵੀ ਮੈਂ ਆਪਣਾ ਆਖਾਂਗੇ ਮੇਰਾ ਦਿਲ ਕਰਦਾ ਤੇ ਹੋ ਸਕਦਾ ਉਹ ਨਾ ਹੀ ਮੰਨੇ ਤੇ ਬਾਲਾਂ ਦਾ ਨਾਂ ਲਵਾਂਗਾ ਤੇ ਉਹ ਚੁੱਕੇ ਉਹਦੀ ਦੁੱਖ ਦੀ ਰਾਗ ਤੇ ਹੱਥ ਰੱਖਦੀਆਂ ਨੇ ਕਿ ਬਾਲਾਂ ਨਾਲ ਉਹਦੀ ਜ਼ਿਆਦਾ ਮੁਹੱਬਤ ਹੁੰਦੀ। ਤੋਂ ਇਸ ਤਰ੍ਹਾਂ ਕਰਕੇ ਮਤਲਬ ਇਹ ਕਿ ਬਾਲਾਂ ਦਾ ਨਾਂ ਲਿਆ ਉਹ ਛੇਤੀ ਲੈ ਆਵੇਗਾ। ਹਾਂਜੀ ਲੋ ਜੀ ਪਿਆਰਿਓ, ਭਾਈ ਕੀਮਤ ਰਾਜ ਜੀ ਨੇ ਜਿਹੜਾ ਸਾਨੂੰ ਭਜਵਾਇਆ ਅਖਾਨ ਭਈ ਬਾਲਾਂ ਦਾ ਭੱਜ ਤੇ ਮਾਵਾਂ ਦਾ ਰੱਜ, ਇਹਦਾ ਮਤਲਬ ਇਹ ਵੇ ਕਿ ਮਾਂ ਦੇ ਦਿਲ 'ਚ ਜਿਸ ਤਰ੍ਹਾਂ ਮਮਤਾ ਹੁੰਦੀ ਹੈ ਨਾ ਔਲਾਦ ਦੇ ਵਾਸਤੇ, ਇਸੇ ਤਰ੍ਹਾਂ ਪਿਓ ਵੀ ਬੜਾ ਸ਼ਫੀਕ ਹੁੰਦਾ ਆਪਣੇ ਬੱਚਿਆਂ ਦੇ ਵਾਸਤੇ। ਬਾਪ ਦੀ ਸ਼ਫਕਤ ਜਿਹੜੀ ਹੈ ਉਹਨੂੰ ਸ਼ਫਕਤ ਪਿਦਰੀ ਆਖਿਆ ਜਾਂਦਾ। ਔਰ ਪਿਓ ਦੇ ਦਿਲ 'ਚ ਵੀ ਆਪਣੀ ਔਲਾਦ ਦਾ ਬੜਾ ਪਿਆਰ ਮੁਹੱਬਤ ਹੁੰਦਾ। ਹੁਣ ਮਾਵਾਂ ਨੇ ਖਾਣੀ ਕੋਈ ਚੀਜ਼ ਆਪੂ ਹੁੰਦੀ ਹੈ, ਲੇਕਿਨ ਅੱਗੇ ਉਹ ਬੱਚਿਆਂ ਨੂੰ ਧਰਦੀਆਂ ਨੇ। ਤੇ ਪਿਓ ਨੂੰ ਆਪਣੀ ਔਲਾਦ ਦੇ ਵਾਸਤੇ ਮਾਵਾਂ ਦੀ ਫਿਰ ਉਹ ਫਟੀਕ ਝੱਲਣੀ ਪੈਂਦੀ ਹੈ। ਔਰ ਪਿਓ ਅਕਸਰ ਵਿਚਾਰੇ ਜਿਹੜੇ ਨੇ ਉਹ ਫਿਰ ਉਹਨਾਂ ਦੀ ਆਮਦਨੀ ਘੱਟ ਹੋਵੇ ਵੱਧ ਹੋਵੇ, ਔਖੇ ਹੋਣ ਸੌਖੇ ਹੋਣ, ਉਹ ਔਲਾਦ ਦੇ ਨਾਂ 'ਤੇ ਚੀਜ਼ ਘਰ 'ਚ ਫਿਰ ਲੈ ਕੇ ਹੀ ਆਉਂਦੇ ਨੇ। ਇਹ ਵੱਖਰੀ ਗੱਲ ਹੈ ਕਿ ਬਾਲਾਂ ਨੂੰ ਖਾਣ ਨੂੰ ਮਾਂ ਦੇਵੇ ਜਾਂ ਨਾ ਦੇਵੇ, ਲੇਕਿਨ ਉਹਨੂੰ ਫਟੀਕ ਫਿਰ ਖਸਮ ਨੂੰ ਪੈ ਹੀ ਜਾਂਦੀ। ਬਾਬਾ ਜੀ ਸਾਡੇ ਇੱਕ ਮਿੱਤਰ ਤੇ ਨਾਲੇ ਸਾਡੇ ਬੜੇ ਪਿਆਰੇ ਦਰਸ਼ਕ ਨੇ ਖੁਰਮ ਸ਼ਹਿਜ਼ਾਦ ਸਾਹਿਬ, ਉਹਨਾਂ ਇੱਕ ਅਖਾਣ ਭਜਵਾਇਆ ਭਈ ਖਾਧਾ ਪੀਤਾ ਲਾਹੇ ਦਾ, ਹਾਂਜੀ, ਬਾਕੀ ਅਹਿਮਦ ਸ਼ਾਹ ਦਾ। ਹਾਂਜੀ। ਇਹ ਉਸ ਵੇਲੇ ਦੀ ਦੁੱਖ ਭਰੀ ਦਾਸਤਾਨ ਹੈ ਜਦੋਂ ਇਹ ਇੱਥੇ ਮੁਗਲਾਂ ਦਾ ਰਾਜ ਸੀ ਜੀ, ਤੇ ਉਹ ਬੜਾ ਕਮਜ਼ੋਰ ਰਾਜ ਸੀ। ਦੇਖੋ ਨਾ, ਬਾਦਸ਼ਾਹੀ ਗਰਮ ਦੀ ਤੇ ਅਗਰਾਈ ਬੇਸ਼ਰਮ ਦੀ, ਭਾਈਵਾਲੀ ਧਰਮ ਦੀ। ਬਾਦਸ਼ਾਹ ਨੂੰ ਡੰਡੀ ਪੱਟੀ ਕਾਇਮ ਹੋਣਾ ਚਾਹੀਦਾ। ਲੇਕਿਨ ਇਹ ਜਿਹੜੇ ਮੁਗਲ ਸਨ, ਇਹ ਆਖਰੀ ਦਿਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਘੁੱਗੂ ਵੱਜ ਗਿਆ ਹੋਇਆ ਸੀ ਤੇ 150 ਜਨਾਨੀ ਕਰਕੇ, ਤੇ ਮਤਲਬ ਇਹ ਕਿ ਉਹ ਸਿਰਫ ਹਰਮ ਦੇ ਵਿੱਚ ਹੀ ਫੇਰੇ ਮਾਰਨ ਜੋਗੇ ਰਹਿ ਗਏ ਸਨ। ਇਹਦਾ ਹੀ ਨਤੀਜਾ ਸੀ ਕਿ ਮਤਲਬ ਇਹ ਵੇ ਕਿ ਇਹਨੂੰ ਪਹਿਲਾਂ ਵੀ ਵੇਖੋ ਨਾ, ਇਬਰਾਹਿਮ ਲੋਧੀ ਦੀ ਫੌਜ ਨੂੰ ਬਾਬਰ ਜਦੋਂ ਆਇਆ ਮੁਗਲਾਂ ਦਾ, ਹਾਲਾਂ ਉਹ ਵੀ ਮੁਸਲਮਾਨ ਸੀ, ਇੱਥੇ ਵੀ ਆ ਕੇ ਮੁਸਲਮਾਨ ਨੂੰ ਲੰਮਿਆ ਪਾਣ ਡੱਠਾ। ਤੇ ਪਾਣੀਪਤ ਦੀ ਲੜਾਈ ਦੇ ਵਿੱਚ ਉਹ 12,000 ਫੌਜ ਸੀ ਬਾਬਰ ਕੋ, ਉਹਨੇ ਉਹਦੀ 2 ਲੱਖ ਫੌਜ ਜਿਹੜੀ ਇਬਰਾਹਿਮ ਲੋਧੀ ਦੀ ਨੂੰ ਉਹਨੂੰ ਲੰਮਿਆ ਪਾਤਾ। ਤੋ ਗੱਲ ਇਹ ਹੈ ਕਿ ਬਾਦਸ਼ਾਹ ਨੂੰ ਡੰਡੀ ਪੱਟੀ ਕਾਇਮ ਹੋਣਾ ਚਾਹੀਦਾ। ਹਾਂਜੀ। ਤੇ ਇਹ ਕਾਇਮ ਨਹੀਂ ਸਨ ਰਹੇ, ਇਹ ਅਯਾਸ਼ ਹੋ ਗਏ ਸਨ। ਔਰ ਉਹ ਅਯਾਸ਼ੀ ਦਾ ਨਤੀਜਾ ਫਿਰ ਇਹ ਧਾੜਵੀ ਜਿਹੜੇ ਸਨ, ਕਾਬਲ ਪਠਾਨ ਇੱਥੋਂ ਦੇ ਲੋਕ ਉਹ ਲੁੱਟਦੇ ਸਨ। ਉਹ ਫਿਰ ਕੁਝ ਉਹਨਾਂ ਆਪਣੇ ਇੱਥੇ ਏਜੰਟ ਛੱਡੇ ਹੁੰਦੇ ਸਨ, ਉਹ ਜਾ ਕੇ ਨਾ ਤੇ ਦੱਸਦੇ ਸਨ, ਸੁਨਾਹ ਘੱਲਦੇ ਸਨ ਜਾਂ ਜੋ ਵੀ ਆਪਣਾ ਤਰੀਕਾ ਸੀ ਭਈ ਹੁਣ ਬਾਦਸ਼ਾਹੀ ਕਮਜ਼ੋਰ ਹੈ, ਹੁਣ ਪਿਓ ਪੁੱਤਰ ਪਿਆ ਆਪਸ 'ਚ ਲੜਦੇ ਨੇ। ਹਾਂਜੀ। ਇੱਥੇ ਪਿਓ ਦੀ ਰੱਥ ਦਾ ਟਿੱਕਾ ਲਾ ਕੇ ਤੇ ਬਾਦਸ਼ਾਹੀਆਂ ਦੇ ਬਹਿੰਦੇ ਰਹੇ ਨੇ ਤੇ ਘਰ ਦੇ ਵਿੱਚ ਵਿਗਾੜ ਤੇ ਆ ਜਾਓ ਉਹਨਾਂ ਉੱਤੋਂ ਆਉਣਾ। ਇਹ ਅਹਿਮਦ ਸ਼ਾਹ ਅਬਦਾਲੀ ਜਿਹੜਾ
ਇਹ ਆਉਂਦਾ ਸੀ ਤੇ ਲੁੱਟਦਾ ਲਗਾ ਇੱਥੋਂ ਜਾਂਦਾ ਸੀ ਜੀ ਜੀ। ਔਰ ਇਹ ਜਿਹੜੀਆਂ ਬਸਤੀਆਂ ਨੇ ਆ ਜਿਹੜੇ ਤੁਹਾਨੂੰ ਥੇ ਦਿਸਦੇ ਨੇ ਆ ਮੁਖਤਲਿਫ ਥਾਵਾਂ ਦੇ, ਹਾਂਜੀ ਹਾਂਜੀ, ਇਹਨਾਂ ਪਿੰਡਾਂ ਨੂੰ ਮਤਲਬ ਇਹ ਲੁੱਟਦੇ ਸਨ। ਲੁੱਟਣ ਤੋਂ ਬਾਅਦ ਨੌਜਵਾਨਾਂ ਨੂੰ ਉਹਨਾਂ ਦਾ ਹੀ ਸਮਾਨ ਲੁੱਟ ਕੇ ਤੇ ਪਿੰਡਾਂ ਚਕਾ ਕੇ ਨਾਲ ਟੋਰ ਲੈਂਦੇ ਸਨ। ਉਹਨਾਂ ਦੀਆਂ ਬੁੱਢੀਆਂ ਨੂੰ ਮਾਰ ਛੱਡਦੇ ਸਨ। ਹਾਂਜੀ, ਜਵਾਨਾਂ ਬੀਬੀਆਂ ਨਾਲ ਨਿਕਾਹ ਕਰ ਲੈਂਦੇ ਸਨ। ਇਹਨਾਂ ਜ਼ੁਲਮ ਕਰਦੇ ਸਨ। ਔਰ ਉਹ ਫਿਰ ਲੋਕ ਜਦੋਂ ਇੱਥੋਂ ਦੇ ਲੋਕਾਂ ਦੇ 'ਚ ਵਿਚਾਰ ਬਣ ਗਿਆ ਜੀ ਕਿ ਜੋ ਖਾ ਪੀ ਲਾਂਗੇ ਨਾ ਅਸੀਂ, ਜਿਹੜੀ ਕਮਾਈ ਕੀਤੀ ਹੈ, ਜਿਹੜੀ ਫਸਲ ਬੀਜੀ ਹੈ, ਹਾਂਜੀ, ਜਿਹੜਾ ਖਾ ਪੀ ਲੈਣਾ ਸਾਡੇ ਤੇ ਉਹ ਹੀ ਹਲਾਲ ਏ, ਬਾਕੀ ਤੇ ਉਸ ਆ ਕੇ ਲੁੱਟ ਕੇ ਲੈ ਜਾਣਾ। ਹਾਂਜੀ, ਉਹ ਧਾੜਵੀ ਨੇ ਤੇ ਉਹਨੇ ਆ ਕੇ ਤੇ ਲੁੱਟ ਕੇ ਲੈ ਜਾਣਾ। ਸਾਨੂੰ 6 ਮਹੀਨੇ ਤੋਂ ਲੁੱਟਣ ਵਾਸਤੇ ਆਣ ਪੈਂਦੇ ਨੇ ਫੌਜਾਂ ਲੈ ਕੇ। ਹਾਂਜੀ, ਤੋ ਇਹ ਆ ਜਿਹੜਾ ਸਿੱਖਾਂ ਦਾ ਰਾਜ ਸੀ, ਇਹਦੇ ਤੋਂ ਥੋੜਾ ਪਹਿਲਾਂ ਤੇ ਮੁਗਲਾਂ ਦੇ ਆਖਰੀ ਦੌਰ 'ਚ ਅਹਿਮਦ ਸ਼ਾਹ ਅਬਦਾਲੀ ਹਮਲੇ ਕਰਦਾ ਰਿਹਾ, ਨਾਦਰ ਸ਼ਾਹ ਕਰਦਾ ਰਿਹਾ, ਇਹ ਸਾਰੇ ਇੰਝ ਹੀ ਕਰਦੇ ਸਨ ਜੀ। ਔਰ ਇਹ ਆ ਕੇ ਇੱਥੋਂ ਲੁੱਟ ਪਲੁੱਟ ਲੈ ਜਾਂਦੇ ਸਨ। ਫਿਰ ਇਹ ਸਿੱਖਾਂ ਦੀਆਂ ਮਿਸਲਾਂ ਬਣ ਗਈਆਂ 13 ਜਿਹੜੀਆਂ ਨੇ, ਉਹ ਵੀ ਲੁੱਟਣ ਦਾ ਹੀ ਕੰਮ ਕਰਦੇ ਸਨ ਸਰ। ਔਰ ਉਹ 13 ਮਿਸਲਾਂ ਵੀ ਘੋੜੇ ਰੱਖੇ ਸਨ, ਆਪਣੇ ਆਪਣੇ ਪਿੰਡ ਕਾਬੂ ਕੀਤੇ ਸਨ। ਤੇ ਉਹਨਾਂ ਸਾਰੀਆਂ ਨੂੰ ਫਿਰ ਇਹ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਵਾਲਿਦ ਸਨ ਨਾ, ਬਲਕਿ ਦਾਦਾ ਜੀ ਚੜ੍ਹਤ ਸਿੰਘ ਜੀ, ਤੇ ਉਹਨਾਂ ਨੇ ਉਹ ਮਿਸਲਾਂ ਨੂੰ ਭੰਨਿਆ ਤਰੋੜਿਆ, ਨਾਲ ਉਹਦਾ ਪੁੱਤਰ ਵੀ ਮਾਨ ਸਿੰਘ ਵੀ ਰਲ ਗਿਆ। ਇਹ 13 ਮਿਸਲਾਂ ਨੂੰ ਫਿਰ ਸੁਖਰ ਚੱਕੀਆ ਮਿਸਲ ਜਿਹੜੀ ਸੀ, ਇਹਨਾਂ ਕਾਬੂ ਕੀਤਾ ਤੇ ਫਿਰ ਇਹਨਾਂ ਇੱਥੇ ਸਿੱਖ ਰਾਜ ਜਿਹੜਾ ਉਹ ਸਟੈਬਲਿਸ਼ ਕੀਤਾ। ਔਰ ਫਿਰ ਉਹ 43 ਸਾਲ ਤੱਕ ਰਾਜ ਕਰਦੇ ਰਹੇ ਜੀ। ਤੇ ਉਹਦੇ ਤੋਂ ਬਾਅਦ ਫਿਰ ਉਹਨਾਂ ਨੇ ਮਤਲਬ ਇਹਨਾਂ ਨੂੰ ਅਗਾ ਇੱਧਰ ਨਹੀਂ ਆਉਣ ਦਿੱਤਾ ਪਰਤ ਕੇ, ਬਲਕਿ ਇਹਨਾਂ ਦੇ ਘਰ ਜਾ ਕੇ ਰਾਜ ਕੀਤਾ ਕਾਬਲ ਤੱਕ। ਮਹਾਰਾਜਾ ਰਣਜੀਤ ਸਿੰਘ ਇਹਨਾਂ ਨੂੰ ਮਾਰ ਕੇ ਤੇ ਜਨਾਬ ਹਰੀ ਸਿੰਘ ਨਲਵੇ ਨੇ ਮਤਲਬ ਔਰ ਉਹਦੇ ਤੋਂ ਪਹਿਲਾਂ ਜਿਹੜਾ ਕਮਜ਼ੋਰ ਜ਼ਮਾਨਾ ਸੀ ਉਹਦੇ 'ਚ ਬੜੇ ਆਉਂਦੇ ਰਹੇ। ਹਾਂਜੀ, ਸਾਰੇ ਪਰਤ ਕੇ ਅਹਿਮਦ ਸ਼ਾਹ ਅਬਦਾਲੀ ਨੇ ਆ ਜਾਣਾ। ਹਾਂਜੀ, ਔਰ ਉਹ ਫਿਰ ਇੱਥੇ ਲੋਕੀ ਸੋਚਦੇ ਹਨ ਵੀ ਉਹਨਾਂ ਜਿਹੜਾ ਵੀ ਆਉਣਾ ਲੁੱਟ ਕੇ ਲੈ ਜਾਣਾ ਤੇ ਜੋ ਖਾ ਪੀ ਲਓਗੇ ਨਾ ਉਹ ਹੀ ਤੁਹਾਡੇ ਹਿੱਸੇ ਦਾ ਆਉਣਾ, ਉਹ ਹੀ ਲਾਹ ਦਾ ਜੇ ਫਾਇਦੇ ਦਾ। ਲਾਹ ਮੈਂ ਨਾ ਫਾਇਦੇ ਦਾ। ਹਾਂਜੀ, ਲਾਹੇ ਦਾ ਮਤਲਬ ਫਾਇਦਾ ਕਿ ਜੋ ਕੁਝ ਖਾਦਾ ਪੀਤਾ ਲਾਹੇ ਦਾ, ਕਿ ਸਾਨੂੰ ਫਾਇਦਾ ਤੇ ਇਹਦਾ ਹੀ ਹੋਣਾ ਜੋ ਅਸਾਂ ਖਾ ਪੀ ਲੈ, ਬਾਕੀ ਦੇ ਅਹਿਮਦ ਸ਼ਾਹ ਨੇ ਲੁੱਟ ਕੇ ਲੈ ਜਾਣਾ। ਵਾਹ ਵਾਹ। ਲਓ ਜੀ ਪਿਆਰਿਓ, ਖਾਦਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹ ਦਾ। ਬਾਬਾ ਜੀ ਪਾ ਫਰਮਾਉਂਦੇ ਨੇ ਮੁਗਲਾਂ ਦੇ ਜ਼ਵਾਲ ਤੇ ਇਨਹਤਾਤ ਦਾ ਜਿਹੜਾ ਸਮਾਂ ਸੀ ਨਾ, ਉਸ ਜ਼ਮਾਨੇ ਦੇ ਵਿੱਚ ਚੂੰਕਿ ਮਰਕਜ਼ ਕਮਜ਼ੋਰ ਹੋ ਗਿਆ ਸੀ, ਹਕੂਮਤ ਜਿਹੜੀ ਸੀ ਉਹ ਡਾਵਾਂਡੋਲ ਹੋ ਚੁੱਕੀ ਸੀ, ਮਰਕਜ਼ੀਅਤ ਕੋਈ ਨਹੀਂ ਸੀ। ਮੁਖਤਲਿਫ ਇਲਾਕਿਆਂ ਤੇ ਰਿਆਸਤਾਂ ਦੇ ਜਿਹੜੇ ਹੁਕਮਰਾਨ ਸਨ ਮੁਗਲਾਂ ਦੇ ਹੀ ਮਤਹਿਤ, ਉਹਨਾਂ ਆਪਣੀ ਆਪਣੀ ਬਾਦਸ਼ਾਹੀ ਤੇ ਆਪਣੀ ਆਪਣੀ ਨਵਾਬੀ ਦਾ ਐਲਾਨ ਕਰ ਦਿੱਤਾ ਹੋਇਆ ਸੀ। ਤੇ ਜਦੋਂ ਵਫਾਕ ਟੁੱਟ ਗਿਆ, ਮਰਕਜ਼ੀ ਹਕੂਮਤ ਕਮਜ਼ੋਰ ਹੋ ਗਈ, ਧਿਰ ਬਾਦਸ਼ਾਹ ਬਣ ਗਏ ਤੇ ਪਿਆਰਿਓ ਉਸ ਦੌਰ ਬੈਰੂਨੀ ਹਮਲਾਵਰਾਂ ਨੇ ਫਿਰ ਹਮਲੇ ਕੀਤੇ, ਜਿਨ੍ਹਾਂ ਦੇ ਵਿੱਚ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ ਦੁਰਾਨੀ ਉੱਧਰੋਂ ਆਏ। ਉਹ ਫਿਰ ਕੀ ਕਰਦੇ ਸਨ ਕਿ ਆ ਕੇ ਧਾੜਵਿਆਂ ਵਾਂਗੂ ਇੱਥੇ ਸਾਰਾ ਕੁਝ ਲੁੱਟ ਕੇ ਤੇ ਪਿਛਾਂ ਲੈ ਜਾਂਦੇ ਸਨ। ਇਹਨਾਂ ਦੀਆਂ ਬਾਬਾ ਜੀ ਦੱਸਿਆ ਕਿ ਨੌਜਵਾਨ ਔਰਤਾਂ ਲੜਕੀਆਂ ਨੂੰ ਲੈ ਜਾਂਦੇ ਸਨ। ਇੱਥੋਂ ਜਿਹੜਾ ਲੁੱਟ ਦਾ ਮਾਲ ਇੱਥੋਂ ਲੁੱਟਦੇ ਸਨ, ਉਹ ਇੱਥੋਂ ਦੇ ਹੀ ਨੌਜਵਾਨਾਂ ਦੇ ਸਿਰਾਂ 'ਤੇ ਧਰਾ ਕੇ ਲੈ ਜਾਂਦੇ ਸਨ। ਤੇ ਜੋ ਸੂਰਤ ਹਾਲ ਸੀ ਉਸ ਜ਼ਮਾਨੇ ਦੀ ਬਣੀ ਹੋਈ, ਨਾ ਹੁਕਮਰਾਨ ਰਹੇ, ਉਹ ਵੀ ਜ਼ਵਾਲ ਪਜ਼ੀਰ ਹੋ ਗਈ ਹਕੂਮਤ ਵੀ, ਔਰ ਧਾੜਵੀਆਂ ਦਾ ਇੱਕ ਰਾਜ ਸੀ। ਤੇ ਫਿਰ ਦੁਨੀਆ ਇਹੋ ਹੀ ਆਖਦੀ ਸੀ ਵੀ ਜੋ ਖਾ ਪੀ ਲਿਆ, ਜੋ ਪੇਟ 'ਚ ਪਾ ਲਿਆ, ਉਹੋ ਹੀ ਸਾਡਾ ਹੈ, ਬਾਕੀ ਜੋ ਕੁਝ ਸਾਡੇ ਪੱਲੇ ਵੇ ਉਹ ਤੇ ਇਹਨਾਂ ਧਾੜਵਿਆਂ ਲੁੱਟ ਕੇ ਲੈ ਜਾਣਾ। ਤੇ ਇੱਥੋਂ ਫਿਰ ਬਾਬਾ ਜੀ ਆਖਦੇ ਨੇ ਇਹ ਅਖਾਣ ਬਣਿਆ ਸੀ ਭਈ ਖਾਧਾ ਪੀਤਾ ਲਾਹੇ ਦਾ। ਲਾਹੇ ਮੈਨੇ ਕਿ ਉਹ ਜੋ ਖਾ ਪੀ ਲਿਆ, ਪੇਟ 'ਚ ਪਾ ਲਿਆ, ਉਹ ਹੀ ਸਾਡਾ ਹੈ, ਬਾਕੀ ਜੋ ਢਿੱਡ ਤੋਂ ਬਾਹਰ ਹੈ ਉਹ ਸਭ ਕੁਝ ਚੋਰਾਂ ਡਾਕੂਆਂ ਦਾ, ਇਹਨਾਂ ਹਮਲਾਵਰਾਂ ਦਾ, ਇਹਨਾਂ ਧਾੜਵਿਆਂ ਦਾ ਹੀ ਹੈ। ਸਾਹਿਬੋ, ਇਹ ਸੀ ਸਾਡਾ ਅੱਜ ਦਾ ਵਿਲਾਗ। ਇਨਸ਼ਾ ਅੱਲਾ ਤੁਹਾਡੇ ਭਿਜਵਾਏ ਹੋਏ ਨਵੇਂ ਸਵਾਲਾਤ ਤੇ ਤੁਹਾਡਿਆਂ ਅਖਾਣਾਂ ਦੇ ਨਾਲ ਇਨਸ਼ਾ ਅੱਲਾ ਕੱਲ੍ਹ ਫਿਰ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ। ਹੁਣ ਸਾਨੂੰ ਦਿਓ ਇਜਾਜ਼ਤ। ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली।
ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਮੱਲਾ ਕੱਢ ਕੁੜਤੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ ਹਾਏ ਚੱਲ